सै कोसा तिस पाछे बची रे छरिया मेरे माधो जी सतसंगत मिले सुतरिया। ਬਾਬਾ ਮਸਤ ਭਗਤ ਸਿੰਘ ਜੀ ਸੰਗਤਾਂ ਨੂੰ ਕਿਹਾ, ਜੋ ਵੀ ਉਹਨਾਂ ਦੇ ਨਾਲ ਸੇਵਾਦਾਰ ਸਨ, ਕਿ ਬਹੁਤ ਪਵਿੱਤਰ ਸਥਾਨ ਆ, ਇਸ ਸਥਾਨ 'ਤੇ ਬਹੁਤ ਵੱਡਾ ਗੁਰਦੁਆਰਾ ਬਣੇਗਾ ਅਤੇ ਇੱਥੇ ਬਹੁਤ ਵੱਡੇ ਵੱਡੇ ਲੰਗਰ ਚੱਲਣਗੇ। ਇਸ ਕਰਕੇ ਲੋਕ ਉਹਨਾਂ ਦੀ ਗੱਲਾਂ 'ਤੇ ਯਕੀਨ ਨਹੀਂ ਕਰਦੇ ਸਨ ਕਿ ਉਹ ਵੀ ਇਹ ਜੰਗਲ ਹਨ, ਇਹਨਾਂ ਦੇ ਵਿੱਚ ਪਹਾੜੀਆਂ ਹਨ, ਵੀ ਇੱਥੇ ਲੰਗਰ ਚੱਲਣਗੇ, ਇੱਥੇ ਗੁਰਦੁਆਰੇ ਬਣਨਗੇ। ਜਦੋਂ ਬਾਬਾ ਸ਼ਾਦੀ ਸਿੰਘ ਨੇ ਲੰਗਰ ਸ਼ੁਰੂ ਕੀਤਾ, ਬਹੁਤ ਸੰਗਤ ਘੱਟ ਆਉਂਦੀ ਸੀ, ਪਰ ਉਹਨਾਂ ਨੇ ਲੰਗਰ ਨੂੰ ਬਹੁਤ ਬੜੀ ਮਹੱਤਤਾ ਦਿੱਤੀ। ਉਹਨਾਂ ਨੇ ਕਿਹਾ ਇਮਾਰਤਾਂ ਤਾਂ ਬਣਦੀਆਂ ਰਹਿਣਗੀਆਂ, ਕਿਉਂਕਿ ਜੋ ਕੋਈ ਵਿਅਕਤੀ ਭੁੱਖਾ ਹੈ ਉਸ ਨੂੰ ਰੋਟੀ ਨਾ ਮਿਲੇ, ਉਸਨੇ ਤੁਹਾਡੀ ਇਮਾਰਤ ਨੂੰ ਕੀ ਕਰਨਾ, ਤੁਹਾਡੇ ਸੰਗਮਰਮਰ ਨੂੰ ਕੀ ਕਰਨਾ। ਤਿੰਨ ਕਵਨ ਖਲਾਵੇ ਕਵਨ ਚੁਗਾਵੇ, ਤਿੰਨ ਕਵਨ ਖਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੁਤਰਿਆ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੁਤਰਿਆ। ਇੱਕ ਪਾਸੇ ਤਾਂ ਆਉਣਾ ਪੈਂਦਾ, ਜਾਂ ਉੱਧਰ ਜਾਂ ਇੱਧਰ ਹੀ, ਜਾਂ ਗੱਬੇ ਜਾਂ ਪਾਰ। ਅਸੀਂ ਤਾਂ ਨਾ ਗੱਬੇ ਨਾ ਪਾਰ, ਜਦ ਵਿਚਾਲੇ ਖੜਕੇ ਵੇ। ਘਰ ਦੇ ਕਹਿੰਦੇ ਤੁਸੀਂ ਮੱਕੀ ਜਾਂਦੇ ਸਹੀ ਰਾਤ, ਪਰ ਕਹਿੰਦੇ ਤੁਸੀਂ ਘਰ ਕਾਹਦੇ ਨਹੀਂ ਆਉਂਦੇ ਛੇਤੀ। ਉਰੇ ਹੀ ਛੇਤੀ ਮੱਕੀ ਬੇਲ ਨਹੀਂ ਮਿਲਦੀ ਜੀ, ਫਿਰ ਅਸੀਂ ਮੱਕੀ ਉਰੇ ਹੀ ਮਖੌਲ ਵੀ ਜਾਂਦਾ, ਮੱਕੀ ਜਿੱਦਾਂ ਜੀ ਇਕੱਠੇ ਹੋਵੇ ਜੀ, ਮੱਕੀ ਦਿਨ ਵੀ ਲੰਘ ਜਾਂਦਾ, ਸਭ ਕੁਝ ਹੋ ਜਾਂਦਾ ਜੀ। ਜਿੱਦਾਂ ਜੀ ਘਰ ਰਹਿਣ ਲੱਗ ਗਏ, ਫਿਰ ਗੁਰਦੁਆਰੇ 'ਚ ਤਾਂ ਨਹੀਂ ਆਉਣਾ ਜੀ, ਗੁਰਦੁਆਰੇ 'ਚ ਰਹਿਣ ਲੱਗ ਗਏ ਘਰ ਨਹੀਂ ਆਉਣਾ ਜੀ। ਕਦ ਜਾਣਾ? ਹੁਣ ਥੋੜੇ ਦਿਨ ਤੱਕ। ਤੂੰ ਅਨੰਦਪੁਰ ਸਾਹਿਬ ਮੈਨੂੰ ਵੀ ਦੱਸ ਦੀ ਯਾਰ। ਬਾਈ ਨਾਲ ਗਿਆ ਤੂੰ ਅਨੰਦਪੁਰ ਸਾਰਾ ਘੁੰਮਿਆ ਵਾ, ਇਹ ਇੱਧਰ ਪਟਿਆਲੇ ਮੋਇਆ ਨਹੀਂ ਮੰਡੀ ਗਿਆ? ਹਾਂ ਪਟਿਆਲਾ ਸਾਰੇ ਘੁੰਮਿਆ ਵਾ ਗੁੰਮੇ ਬਾਈ ਨਾਲ। ਕੇਸਗੜ੍ਹ ਸਾਹਿਬ ਗਿਆ? ਕੇਸਗੜ੍ਹ ਸਾਹਿਬ, ਹਾਂ ਬੋੜੀ ਸਾਹਿਬ ਵੀ ਗਿਆ। ਗੁਰਦੁਆਰੇ 'ਚ ਤੂੰ ਜ਼ਿਆਦਾ ਕੰਮ ਕਿਹੜਾ ਕਰਨਾ ਚਾਹੁੰਦਾ? ਆਟਾ ਗੁੰਨਣਾ ਕਿ ਛਾਣਨਾ? ਤੂੰ ਪ੍ਰਸ਼ਾਦ ਬਣਨਾ। ਤੂੰ ਸਬਜ਼ੀ ਵਗੈਰਾ ਬਣਾਉਣੀ। ਮੈਨੂੰ ਪ੍ਰਸ਼ਾਦੇ ਵੇਲਣੇ ਜਾਂ ਚੌਕਾ ਲਾਣਾ ਜਾਂ ਪਲਟੇ ਦੇ ਜਾਂ ਪੇੜੀ ਕਰਨੇ। ਜਿੱਦਾਂ ਮੈਨੂੰ ਕੋਈ ਕਵੇ ਨਾ ਵੀ ਤੂੰ ਆਹ ਕੰਮ ਕਰ, ਉਹ ਮੈਂ ਕਦੇ ਨਹੀਂ ਕਰਦਾ, ਆਪਣੀ ਮਨ ਮਰਜ਼ੀ ਨਾਲ ਮੈਂ ਕੰਮ ਕਰਦਾ। ਸਾਡੇ ਤਾਂ ਜੀ ਸ਼ੁਰੂ ਤੋਂ ਹੀ ਉਰੇ ਲੱਗੇ ਹੋਏ ਆ ਜੀ, ਉਹਨਾਂ ਨਾਲ ਅਸੀਂ ਵੀ ਉਰੇ ਆ ਜਾਂਦੇ ਤੇ ਜੀ, ਫਿਰ ਉਰੇ ਸੇਵਾ ਕਰੀ ਜਾਂਦੇ ਤੇ ਜੀ। ਉਹ ਸ਼ੁਰੂ ਤੋਂ ਹੀ ਪੁਰਾਣੇ ਹੀ ਉਰੇ ਲੱਗੇ ਹੋਏ ਆ ਜੀ। ਸਾਡੇ ਹੀ 5 ਜਣੇ ਆਉਂਦੇ ਜੀ ਗੁਰਦੁਆਰੇ, 5 ਹੈਗੇ ਜੀ ਪਰਿਵਾਰ 'ਚ। ਪਾਪਾ ਦਾ ਲੰਗਰ ਮਾ ਲੱਗੇ ਰਹਿੰਦੇ, ਨਾਲੇ ਉਹਨਾਂ ਕੋਲ ਗੱਡੀਆਂ ਦੇ ਕੰਮ ਜਿਹੜੇ ਆਰਸੀ ਉਰਸੀ ਉਹ ਸਾਰੀਆਂ ਕਰਵਾਉਣੀਆਂ। ਬੀਬੀ ਆਟਾ ਉਟਾ ਛਾਣ ਲੈਂਦੀ ਕਈ ਵਾਰ, ਮੰਮੀ ਨਾਲ ਹੀ ਉਹ ਕਰਦੇ ਜ਼ਿਆਦਾ ਤਾਂ। ਕਈ ਵਾਰ ਭਾਂਡੇ ਧੋ ਲੈਂਦੇ ਆ ਜਾਂ ਫਿਰ ਲੋਹ ਪਰ ਕੰਮ ਕਰ ਲੈਂਦੇ ਆ। ਆਟਾ ਉਟਾ ਛਾਣ ਲੈਂਦੇ ਆ ਜੀ। ਤੁਸੀਂ? ਅਸੀਂ ਲੰਗਰੋਂ ਘੁੰਮੇ ਆ। ਮੇਰੇ ਪਿੰਡ ਦਾ ਨਾਮ ਹੈਗਾ ਜੀ ਰੈਪਰ ਨੰਗਲ ਜੀ। ਮੇਰਾ ਨਾਮ ਹੈਗਾ ਨਵਨੀਤ ਸਿੰਘ ਜੀ। ਮੱਕੀ ਮੈਂ ਜੀ ਪਹਿਲਾਂ ਉਰੇ ਮੱਥਾ ਟੇਕਣ ਆਉਂਦਾ ਹੁੰਦਾ ਸੀਗਾ ਜੀ। ਸ਼ਾਇਦ ਤੁਸੀਂ ਨਾਮ ਸੁਣਿਆ ਵੀ ਸ਼ੇਰਾ ਜੀ, ਅਸੀਂ ਉਹਦੇ ਨਾਲ ਕਣਕ ਕੁਣਕ ਲੱਦਣ ਆਉਂਦੇ ਹੁੰਦੇ ਸੀਗੇ ਜੀ। ਫਿਰ ਮੈਂ ਹੌਲੀ ਹੌਲੀ ਇਕੱਲਾ ਆਉਣ ਲੱਗ ਗਿਆ ਜੀ। ਦਿਨ ਨੂੰ ਦੁਪਹਿਰ ਨੂੰ ਆ ਜਾਣਾ ਜੀ, ਸ਼ਾਮ ਨੂੰ ਚੱਲ ਜਾਣਾ ਜੀ। ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ। ਫਿਰ ਹੌਲੀ ਹੌਲੀ ਵਾਗ ਗਈ ਇਹਨਾਂ ਨਾਲ, ਹੌਲੀ ਹੌਲੀ ਮੈਂ ਰਹਿਣ ਲੱਗ ਗਿਆ। ਜਿੱਦਾਂ ਛੁੱਟੀ ਹੋਣੀ ਰਹਿ ਜਾਣਾ ਜੀ, ਛੁੱਟੀ ਹੋਣੀ ਰਹਿ ਜਾਣਾ ਜੀ। ਇੱਦਾਂ ਬਾਗਵਾ ਬਣ ਗਈ, ਯਾਦਾਂ ਮੂਹਰੇ ਰਹਿਣ ਲੱਗ ਗਿਆ। ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ। ਸਾਰਾ ਕੰਮ ਕਰ ਲਈਦਾ ਜੀ।
ਮੱਕੀ ਚੋਕਾ ਜੀ ਪ੍ਰਸ਼ਾਦੇ ਵੇਲ ਲੈਂਦੇ, ਪੇੜੇ ਕਰ ਲੈਂਦੇ ਜੀ, ਪ੍ਰਸ਼ਾਦੇ ਵੰਡ ਵੀ ਦੀਦੇ ਜੀ, ਸਬਜ਼ੀ ਵਰਤਾ ਦਿੱਤੀ, ਚਾਹ ਚੂ ਦੇ ਦਿੱਤੀ ਜੀ, ਇੱਦਾਂ ਜੀ ਦੇ ਦਿੰਦੇ। ਜਿੱਦਾਂ ਬਾਲਟੀ ਕੋਈ ਜ਼ਿਆਦਾ ਭਰੀ ਹੋਵੇ ਸਬਜ਼ੀ ਦੀ ਉਹ ਨਹੀਂ ਦਿੰਦੀ ਜੀ, ਮਤਲਬ ਡੋਲਦੀ ਹੈ ਜੀ। ਕੜੀ ਵਾਹਿਗੁਰੂ ਜੀ, ਕੜੀ ਵਾਹਿਗੁਰੂ ਜੀ, ਕੜੀ ਵਾਹਿਗੁਰੂ ਜੀ, ਕੜੀ ਵਾਹਿਗੁਰੂ ਜੀ। ਪ੍ਰਸ਼ਾਦੇ ਵੀ ਵੇਲ ਲੈਂਦਾ ਜੀ, ਮੈਂ ਕਿ ਜਿੱਦਾਂ ਬੀਬੀਆਂ ਵੇਲਦੀਆਂ ਜੀ ਬੜੀਆਂ, ਉੱਦਾਂ ਵੀ ਮੈਂ ਵੇਲ ਲੈਂਦਾ ਜੀ। ਪੇੜੇ ਉਹ ਵੀ ਮੈਂ ਕਰ ਲੈਂਦਾ ਜੀ, ਕਦੇ ਵਿੱਚ ਮੇਰੇ ਤੋਂ ਬੜੇ ਹੋ ਜਾਂਦੇ ਜੀ। ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ। ਮੈਂ ਕਿ ਰੋਟੀ ਉਹ ਵੀ ਚੋਪੜ ਵੀ ਲੈਂਦੇ ਜੀ, ਰੋਟੀ ਵੀ ਚੋਪੜ ਲੈਂਦੇ ਜੀ, ਸਾਰਾ ਕੰਮ ਕਰ ਲੈਂਦੇ ਜੀ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਅੱਗੇ ਆਈ ਦਾ ਸੰਗਰਾਮ ਨੂੰ ਹੁਣ ਵੀ ਆਏ 10-20 ਸਾਲ ਹੋ ਗਏ ਮੱਥਾ ਟੇਕ ਰਿਹਾ ਜੋ ਜਨ ਨਾਨਕ ਬਲ ਬਲ ਸਤ ਬਲ ਜਾਏ। ਆਟਾ ਇਹਨਾਂ ਪਾਣਾ ਮੈਂ ਦੁੱਧ ਪਾਇਆ ਸਾਡਾ ਪਿੰਡ 20 ਕੋ ਇੱਥੋਂ ਮਤਲਬ ਸ਼ਰਧਾ ਦੇ ਤੌਰ ਤੇ ਲੈ ਕੇ ਆਉਂਦੇ ਹਾਂ ਅਸੀਂ ਤੇ ਫਿਰ ਇਸ ਨੂੰ ਅਸੀਂ ਸਾਫ਼ ਕਰਦੇ ਹਾਂ। ਮਤਲਬ ਜੋ ਵੀ ਲੈ ਕੇ ਆਉਂਦੇ ਆ ਉਹ ਅਲੱਗ-ਅਲੱਗ ਤਰੀਕੇ ਨਾਲ ਰੱਖਿਆ ਜਾਂਦਾ ਇੱਥੇ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧਵ ਜੀ ਸਤ संगत मिले सो तरिया। जो पुरानी परंपरा है हमारे बुजुर्गों की, भगवान सानू सब कुछ दिंदा है, ਉਹਦੇ ਬਦਲੇ ਅਸੀਂ ਸੇਵਾ ਕਰਦੇ ਹਾਂ। ਉਹਦਾ ਸ਼ੁਕਰੀਆ ਅਦਾ ਕਰਨ ਵਾਸਤੇ ਸੇਵਾ ਜੀ ਕੰਮ ਛੱਡ ਕੇ ਕਰਨੀ ਪੈਂਦੀ ਹੈ, ਆਪਣਾ ਘਰ-ਬਾਰ ਛੱਡ ਕੇ ਆਉਣਾ ਪੈਂਦਾ, ਸੇਵਾ ਕਰਨੀ ਪੈਂਦੀ ਆ। ਸੰਤ ਸਾਡੇ ਬਾਹਰ भी ले के जाते हैं, हजूर साहब तक भी लंगर जाता है यहाँ से, वहाँ भी सेवा करने जाते हैं। हाँ जी मेरा लड़का रहता मेरा उरा लड़का रहता वो घर आती थी, फिर वो गुजर लिया। फिर वो कह गया भी बीबी सेवा प्रसादियां की नहीं तो छड्डनी, फिर मैं उधर तो छड्डी वो नहीं। ਅਸੀਂ ਪ੍ਰਸ਼ਾਦੇ ਬਣਾਉਂਦੇ ਆ, ਬਰਤਨਾਂ ਦੀ ਸੇਵਾ, ਝਾੜੂ ਦੀ ਸੇਵਾ ਹੈ। ਤੜਕੇ 2 ਵਜੇ ਆ ਜਾਣਾ ਹੈ ਇੱਥੇ ਤੇ, ਫਿਰ 6 ਵਜੇ ਵਾਪਸੀ ਚੱਲਣਾ, ਫਿਰ 10 ਵਜੇ ਫਿਰ ਆ ਜਾਣਾ, जिन्ना टाइम लगे ਲਾ ਦੇਣਾ ਜੀ ਸਾਰੀ ਦਿਹਾੜੀ। ਤੇ ਤੜਕੇ 2 ਵਜੇ ਫਿਰ ਤੜਕੇ 2 ਵਾਲੀਆਂ ਮਾਈਆਂ ਆਉਂਦੀਆਂ 2 ਵਜੇ। नीर पैंदा होगा, नेरी चलती होगा, कोई रोक नहीं हैगी। ਕੋਈ ਰੋਕ ਨਹੀਂ ਹੈਗੀ, ਪ੍ਰਸ਼ਾਦਾ ਚੱਲਣਾ ਹੀ ਚੱਲਣਾ ਹੈ, ਪ੍ਰਸ਼ਾਦਾ ਬਣਨਾ ਹੀ ਬਣਨਾ ਹੈ। ਹੁਣ ਗਰਾਹੀ ਚੱਲ ਰਹੀ ਆ, ਜਿਹਦੇ 'ਚ ਸਰਦਾ 100-100 ਬੋਰੀ ਵੀ ਦੇ ਰਹੇ ਆ, 50-50 ਬੋਰੀ ਵੀ ਦੇ ਰਹੇ ਆ, ਜਿਹਦੇ 'ਚ ਬੋਰੀ ਆ ਥੋੜੀ ਆ, ਜਿੰਨਾ ਵੀ 10ਵਾਂ ਹਿੱਸਾ ਦਸੌਂਦ ਜਾਣੀ ਦੇ ਰਹੇ ਆ। ਜੇ ਹੁਣ ਅਸੀਂ 100 ਕਮਾਇਆ ਤਾਂ ਉਹ 'ਚੋਂ 10 ਰੁਪਏ ਅਸੀਂ ਕੱਢਣੇ ਆ ਦਸੌਂਦ ਦੇ। ਇਹ ਹੁਣ ਸੰਗਤ ਨੇ ਰਾਸ਼ਨ ਆ ਜਾਣਾ, ਸਬਜ਼ੀਆਂ ਲਿਆਉਣੀਆਂ, ਭਾਜੀਆਂ ਜਿੱਦਾਂ ਜੋ ਬਣਾਉਣਾ, ਦਾਲਾਂ ਚੌਲ ਜੋ ਸਭ ਕੁਝ ਲਿਆ ਕੇ ਇੱਥੇ ਸੰਗਤ ਨੂੰ ਉਹੀ ਫਿਰ ਸੰਗਤ ਚੱਕਦੀ ਆ, ਰੋਜ਼ ਸੰਗਤ ਹੁੰਦੀ ਹੈ। ਹਾਂਜੀ 2 ਵਜੇ ਤੁਰਦੇ ਆ, 4 ਵਜੇ ਤੱਕ ਪਹੁੰਚ ਜਾਂਦੇ ਹਾਂ। ਤਾਂ ਤੇ ਤੜਕੇ 2 ਵਜੇ ਆ ਕੇ ਦੇਖੋ, ਤੜਕੇ 2 ਵਜੇ ਬਹੁਤ ਜੀ ਲੱਗਦਾ। ਮੌਸਮ ਅੱਛੀ ਹੁੰਦੀ ਹੈ ਸਵੇਰ ਦੇ ਨੂੰ, ਸਵੇਰ ਦੇ ਨੂੰ ਮੌਸਮ ਅੱਛੀ ਕਰਦਾ, ਤੁਰਨੇ ਨੂੰ ਬੜਾ ਜੀ ਲੱਗਦਾ, ਤੁਰ ਕੇ ਆ ਜਾ। ਇਹ 5 ਵਜੇ ਛੱਡ ਕੇ ਆਉਣਾ, ਵੀ ਜਦ ਪ੍ਰਸ਼ਾਦੇ ਬਣ ਕੇ ਜਾ 6 ਵਜੇ 7 ਵਜੇ ਫਿਰ ਜਾਂ ਪ੍ਰਸ਼ਾਦੇ ਬਣ ਕੇ ਉਹਦੇ ਤੇ ਚਲੇਗਾ। ਸਵੇਰ ਦੀ ਫੇਰਾ ਮਹਾਰਾਜ ਨੂੰ ਰਾਤੋਂ ਰਾਤ ਖਿਮਤ ਆ, ਸਾਡੀ ਤੱਕ ਵੀ ਵਾਹਿਗੁਰੂ ਦੀ ਤੱਕ। छे साल ਦੇ ਤੇ ਸਰ ਸਮਝ ਲਓ ਪਰਿਵਾਰ ਛੱਡਿਆ ਜੀ। ਹਾਂਜੀ ਪਰਿਵਾਰ ਆਪਣੇ ਬਣੇ ਤਾਂ ਰਾਜੀ ਬਾਜੀ ਹੈ ਜੀ, ਜਿਹੜੇ ਹੈਗੇ ਬੜਾ ਭਾਈ ਹੈਗਾ ਸਾਡਾ ਜੀ। ਇੱਕ ਵਾਰੀ ਦੱਸ ਕੇ ਆਏ, 2 ਵਾਰੀ ਲੈ ਗਏ, ਭੱਜ ਕੇ ਆਏ ਜੀ, ਘਰ ਤੇ ਚੋਰੀ ਨਿਕਲ ਕੇ ਆਏ। ਇੱਕ ਵਾਰੀ ਅਸੀਂ ਜਾਣੇ ਦੱਸ ਕੇ ਆਏ ਤੇ ਉਹ ਦੁਬਾਰਾ ਲੈ ਗਏ ਸਾਨੂੰ।
हाँ जी वापस ले गए। उसके बाद फिर ਅਸੀਂ ਭੱਜ ਕੇ ਚੋਰੀ ਆਏ ਰਾਤ ਨੂੰ। ਤੇ ਚੋਰੀ ਆਏ ਫਿਰ ਉਹਨਾਂ ਨੂੰ ਜਦ ਪਤਾ ਵੀ ਇਹਨਾਂ ਨੇ ਸਾਡੇ ਕੋਲ ਰਹਿਣਾ ਹੀ ਨਹੀਂ ਹੈਗਾ, ਫਿਰ ਅਗਲੇ ਇਹ ਜਿਹੇ ਕਰਦੇ ਹੁੰਦੇ। ਸਾਨੂੰ ਕੋਈ ਉਹ ਨਹੀਂ ਮਾਲੂਮ ਨਹੀਂ ਹੋਇਆ ਵੀ ਅਸੀਂ ਛੱਡ ਕੇ ਆਏ ਆ, ਕੋਈ ਦੁੱਖ ਨਹੀਂ ਹੋਇਆ ਜੀ। ਕਿਤਾ ਹਾਂ ਕੋਈ ਦੁੱਖ ਨਹੀਂ ਮੰਨਿਆ ਸਰੀਰ ਨੇ ਵੀ, ਜਿੱਦਾਂ ਕਿਤਾ ਹੁੰਦਾ ਵੀ ਦੁੱਖ ਮੰਨਿਆ ਜੀ। ਇਹ ਵੀ ਕੋਈ ਨਹੀਂ ਮਨ ਪਰ ਬੋਝ ਨਹੀਂ ਪਿਆ ਵੀ ਸਾਨੂੰ ਛੱਡ ਕੇ ਆਏ ਆ, ਸਗੋਂ ਖੁਸ਼ੀ ਮਨਾਈ ਵੀ ਸਾਡੇ ਮਗਰ ਨਹੀਂ ਆਏ ਘਰ ਦੇ। ਜਾਣੀ ਜੇ ਉਹ ਦੇਖਣ ਆਉਂਦੇ ਫਿਰ ਅਸੀਂ ਉੱਧਰ ਭੱਜ ਜਾਣਾ ਤਾਂ। ਉਹ ਸਾਨੂੰ ਦੇਖਣੇ ਨੇ ਸਮਕੀ ਸਾਡਾ ਮੋਹ ਟੁੱਟ ਗਿਆ ਉਹਨਾਂ ਨਾਲ। ਠੀਕ ਜੇ ਆਉਂਦੇ ਜਾਂਦੇ ਫਿਰ ਤਾਂ ਕਿਆ ਪਤਾ ਅਸੀਂ ਫਸੇ ਜਾਂਦੇ ਉੱਧਰ ਜੀ। ਠੀਕ ਹੈ ਜੀ, ਹੁਣ ਅਸੀਂ ਬਚ ਗਏ। ਇਹ ਵੀ ਹੁਣ ਅਸੀਂ ਆਪਣੀ ਇੱਕੋ ਪਾਸੇ ਲੱਗੇ ਸੇਵਾ ਦੋਲੇ ਆਪਣਾ ਜੀਵਨ ਬਣਾਉਣਾ। ਇਹਦਾ ਹਾਲੇ ਕੋਈ ਮਿਲਾਪ ਨਹੀਂ ਹੋਇਆ ਜੀ ਸਾਧੂਆਂ ਨਾਲ। ਜੇ ਸਹੀ ਉਹਦੇ ਹਾਲੇ ਤਾਜ਼ਾ ਹੁਣੇ ਆਇਆ ਜੀ। ਪਤਾ ਇਹਦੀ ਤਾਂ ਮੰਮੀ ਵੀ ਆ ਲਈ ਜੀ ਅੱਜ, ਅੱਗੇ ਵੀ ਆਉਂਦੀ ਨੂੰ ਪੁੱਛਦੀ ਵੀ ਸਭ ਕੋ ਰਾਜੀ ਬਾਜੀ। ਸੇਵਾਦਾਰਾਂ ਦੀ ਡਿਊਟੀ ਕਰਦੇ ਆ। ऐसे तो बच्चे ने कहा मम्मा आज आ जाए, तो फिर मैं आ गई हूँ। हाँ जी, यह जन गांव की जो लड़का लोग आते थे यहाँ पे, तो वो लड़का लोग के साथ वो मतलब उन लोगों के साथ ही आ जाते थे। आते आते यहाँ पे मतलब अच्छा लगने लगा जो हम यहाँ पे रहने चाहते हैं। अपने मन से कह रहे थे, अपने पापा जी को कह दिया, मेरे को भी कह दिया, जो हमें जितना मर्जी हो लगो हम अपना घर में नहीं रहेंगे, हम यहाँ पे ही रहेंगे। हमने धेरा रोका जी घर में रहो, यहाँ पे जो जैसे हम है वैसे तुम भी रहो। कहते नहीं हम यहाँ पे रहना चाहते हैं। इतने अमृत छक लिया नहीं, झोला पा लिया, कहते मैं गुरुद्वारे रहना। ਜਿੱਦਾਂ ਜੀ ਜਿੱਦਾਂ ਮਨ ਉੱਠ ਹੋ ਜਾਂਦਾ, ਜਿੱਦਾਂ ਗੁਰੂ ਘਰ ਵੱਲ ਜਾਂ ਘਰ ਵੱਲ ਜੀ, ਮਤਲਬ ਕਿ ਇੱਕ ਪਾਸੇ ਤਾਂ ਮਨ ਟਿਕਾਣਾ ਪੈਂਦਾ ਹੀ ਹੈ ਜੀ। ਮਤਲਬ ਕਿ ਹੁਣ ਮੈਂ ਇੱਧਰ ਹੀ ਟਿਕਾ ਲਿਆ ਜੀ। ਬੁੱਲੇ ਸ਼ਾਹ ਜੁਦਾ ਨੀ ਰੱਬ ਤੇ ਤੂੰ ਆਪੇ ਆਵਾਜ਼ ਮਾਰੇ, ਆਪੇ ਬੋਲਦਾ ਏ ਨੀ ਮੈਂ ਜਾਣਾ ਜੋਗੀ ਦੇ ਨਾਲ ਨਾਲ, ਮੈਂ ਜਾਣਾ ਜੋਗੀ ਦੇ ਨਾਲ। ਮੱਥੇ ਤਿਲਕ ਲਗਾ ਕੇ, ਮੱਥੇ ਤਿਲਕ ਲਗਾ ਕੇ ਮੈਂ ਜਾਣਾ ਜੋਗੀ ਦੇ ਨਾਲ, ਮੈਂ ਜਾਣਾ ਜੋਗੀ ਦੇ ਨਾਲ, ਮੈਂ ਜਾਣਾ ਜੋਗੀ। ਨਾਲ ਲੰਗਰ ਕੋਲੀਆਂ ਗਲਾਸ ਚਾਮਚੇ ਲੈ ਕੇ, ਚਾਹ ਦਾ ਲੰਗਰ ਨਾਲ ਰਸ, ਜਾਣਾ ਜੋਗੀ ਨਾਲ ਲੰਗਰ ਛਕ ਕੇ ਗੁਰੂ ਘਰ ਦਾ ਜਾਓ ਜੀ। ਨਾਲ ਕੜੀ ਚੌਲ ਨਾਲ ਦਾਲ ਫੁਲਕਾ ਜੀ, ਨਾਲ ਠੰਡਾ ਪਾਣੀ ਗਰਮਾ ਗਰਮ ਚਾਹ ਜੀ, ਐਂਡ ਖੰਗੂੜਾ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਜੀ ਇਹ ਲੰਗਰ ਚੱਲਦੇ ਆ ਜੀ। ਸਾਰੇ ਸੰਯੋਗ ਦੇ ਗੁਰੂ ਨਾਨਕ ਦੇਵ ਜੀ ਦੇ ਬਾਲ ਕਿਰਪਾ ਦੇ ਸਦਕਾ ਜੀ। ਜੇ ਜੋਗੀ ਕੱਢ ਜਾਵੇ ਮੇਰੇ, ਮੁੱਕ ਜਾਵਨ ਸਭ ਝਗੜੇ ਚੇੜੇ, ਮੁੱਕ ਜਾਵਨ ਸਭ ਝਗੜੇ ਚੇੜੇ। ਨੀ ਮੈਂ ਲਾਵਾਂ ਸੀਨੇ ਦੇ ਨਾਲ, ਨੀ ਮੈਂ ਲਾਵਾਂ ਸੀਨੇ ਦੇ ਨਾਲ, ਲੱਖ ਸ਼ਗਨ ਮਨਾ ਕੇ ਮੈਂ ਜਾਣਾ ਜੋਗੀ ਦੇ ਨਾਲ, ਮੈਂ ਜਾਣਾ ਜੋਗੀ। ਮੇਰੇ ਕੋਲ ਅੱਗ ਕੋਲ ਜੇ ਇੱਕ ਬੰਦਾ ਖੜਾ ਹੀ ਖੜਾ ਹੋਣਾ ਜੀ, ਉਹਨੇ ਇੰਨੇ ਜੋ ਗੰਨੇ ਦੇ ਜਿੱਦਾਂ ਜੀ ਰਸ ਕੱਢਿਆ ਵਾ ਹੁੰਦਾ ਜੀ, ਉਹਨਾਂ ਦੇ ਛਿਲਕੇ ਹੁੰਦੇ ਜੀ, ਮਤਲਬ ਕਿ ਉਹ ਥੋੜ੍ਹੇ ਥੋੜ੍ਹੇ ਪਾਈ ਜਾਣੇ ਜੀ ਲੋਹਾਂ 'ਚ ਤਵੀਆਂ ਦੇ ਥੱਲੇ। ਜਿੱਦਾਂ ਗਰਮੀ ਤਾਂ ਲੱਗਦੀ ਜੀ, ਮਤਲਬ ਕਿ ਜਿੱਦਾਂ ਜੀ ਘੰਟਾ ਕੁ ਅੱਧਾ ਕੁ ਘੰਟਾ ਮੈਂ ਲਾਤਾ ਜੀ। ਜਿੱਦਾਂ ਮੈਨੂੰ ਕਿਸੇ ਸਾਹ ਮਤਲਬ ਕਿ ਜਿੱਦਾਂ ਪਸੀਨਾ ਆਇਆ ਵਾ ਜੀ, 20-25 ਮਿੰਟ ਅੱਧਾ ਘੰਟੇ 'ਚ ਕਿਸੇ ਹੋਰ ਨੇ ਲਾ ਦੇਣਾ ਜੀ, ਫਿਰ ਮੈਂ ਲੱਗ ਜਾਣਾ, ਫਿਰ ਕਿਤੇ ਹੋਰ ਨੇ ਲਾ ਦੇਣਾ, ਇੱਦਾਂ ਹੈ ਜੀ। ਅੱਜ ਤਾਂ ਚਲੋ ਮੰਨ ਲਿਆ ਜੀ, ਘਰ ਦੇ ਹੈਗੇ ਜੀ ਮੰਮੀ ਡੈਡੀ, ਕੱਲ੍ਹ ਉਹਨਾਂ ਨੇ ਨਹੀਂ ਆਦੇ ਫਿਰ ਵੀ ਸਾਨੂੰ ਆਪੇ ਕਰਨਾ ਪੈਣਾ ਜੀ। ਇਹਦੇ ਨਾਲ ਸ਼ੁਰੂ ਤੋਂ ਆਪ ਕਰ ਲਓ ਜੀ, ਤਾਂ ਹੀ ਚੰਗਾ ਆ ਜੀ। ਜਨਨ ਪੀਤਾ ਲੋਕ ਸੁਤ बनता, कोई ना किसी की तरया मेरे माधव जी, सतसंगत मिले सो तरया। ਜਦੋਂ ਮੈਂ ਅੱਖਾਂ ਖੋਲ੍ਹੀਆਂ ਦੁਨੀਆ ਵਿੱਚ ਮੈਂ ਆਇਆ, ਮੈਨੂੰ ਆ ਨਹੀਂ ਪਤਾ ਬਈ ਮੇਰਾ ਪਿੰਡ ਕਿਹੜਾ ਹੈ, ਮੇਰੀ ਜਾਤ ਕਿਹੜੀ ਹੈ, ਮੇਰਾ ਦੇਸ਼ ਕਿਹੜਾ ਹੈ, ਮੈਂ ਸਰਦਾਰ ਹਾਂ ਜਾਂ ਹਿੰਦੂ ਹਾਂ ਜਾਂ ਮੈਂ ਮੋਨਾ। ਮੈਂ ਨਾ ਗੁਰਦੁਆਰੇ ਨੂੰ ਮੰਨਦਾ, ਨਾ ਮੈਂ ਮੰਦਰ ਨੂੰ ਮੰਨਦਾ, ਮੈਂ ਜੋ ਵੀ ਹੈ ਪਿੰਗਲਵਾੜੇ ਨੂੰ ਮੰਨਦਾ। ਇੱਥੇ ਜਿਹੜੇ ਬੱਚੇ ਆਉਂਦੇ ਆ ਮੇਰੇ ਵਰਗੇ ਲਵਾਰਸ, ਕੋਈ ਗੁਰਦੁਆਰੇ ਛੱਡ ਜਾਂਦਾ, ਕੋਈ ਮੰਦਰਾਂ ਵਿੱਚ ਛੱਡ ਜਾਂਦਾ, ਕੋਈ ਬੱਸ ਅੱਡੇ ਰੇਲਵੇ ਸਟੇਸ਼ਨਾਂ ਵਿੱਚ ਛੱਡ ਜਾਂਦਾ, ਫਿਰ ਉਹ ਫੋਨ ਕਰਦੇ ਆ, ਫਿਰ ਇੱਥੋਂ ਸੇਵਾਦਾਰ ਜਾਂਦੇ ਆ,
ਉਹ ਲੈ ਕੇ ਆਉਂਦੇ ਆ। ਜਿਵੇਂ ਕਿ ਇਹਦਾ ਮਾਂ ਮਰ ਗਈ ਜਾਂ ਪਿਓ ਮਰ ਗਿਆ ਜਾਂ ਦੋਵੇਂ ਜੀਅ ਮਰ ਗਏ, ਫਿਰ ਜਿਵੇਂ ਕੋਈ ਪਿੰਡ ਵਾਲੇ ਆਣ ਕੇ ਛੱਡ ਜਾਂਦੇ ਆ, ਫਿਰ ਉਹਨਾਂ ਦੀ ਲਾਲਣ ਪਾਲਣ ਇੱਥੇ ਸਾਰਾ ਹੁੰਦਾ। ਉਹਨਾਂ ਦੀ ਪੜ੍ਹਾਈ ਵੀ ਇੱਥੇ ਹੁੰਦੀ ਹੈ। ਇੱਥੇ ਜਿਹੜੇ ਬੱਚੇ ਚੱਲ ਫਿਰ ਨਹੀਂ ਪਾਉਂਦੇ ਉਹਨਾਂ ਦਾ ਇੱਥੇ ਇਲਾਜ ਵੀ ਹੁੰਦਾ। ਫਿਰ ਆਏ ਉਹਨਾਂ ਦੀ ਸੇਵਾ ਕਰਦੇ ਆ। ਤੇ ਮੈਨੂੰ ਸ਼ੌਂਕ ਹੈ ਸੇਵਾ ਕਰਨ ਦਾ। ਇਹ ਵੀ ਗੱਲ ਸੇਵਾ ਭਾਵੇਂ ਮੈਨੂੰ ਇਹ 8 ਘੰਟੇ ਕਹਿਣ 12 ਘੰਟੇ ਆਖਣ, ਮੈਂ ਸੇਵਾ ਤੋਂ ਨਹੀਂ ਦੂਰਦਾ ਜੀ। ਇੱਥੇ ਤੇ ਸੇਵਾ ਵੀ ਬੜੇ ਭਾਗ ਵਾਲਿਆਂ ਨੂੰ ਮਿਲਦੀ ਜੀ। ਪਿੰਗੜਵਾਲੇ ਦੀ ਸੇਵਾ ਜਿਹੜੀ ਆ, ਮੈਂ ਇੱਥੇ ਮਕਬੂਲਪੁਰੇ ਤੋਂ ਆਉਣਾ ਜੀ। 8-7 ਕਿਲੋਮੀਟਰ ਮੇਰਾ ਹੈਗਾ ਜੀ ਪਿੰਡ ਆ ਜੀ। ਸਾਈਕਲ ਤੇ ਆਉਣਾ ਤੇ ਸਾਈਕਲ ਤੇ ਵਾਪਸ ਚੱਲ ਜਾਣਾ ਜੀ। ਇੱਥੇ ਛੋਟੇ ਛੋਟੇ ਬੱਚਿਆਂ ਦੀ ਇਹ ਜਿਹੜੀ ਸੇਵਾ ਹੈ, ਛੋਟੇ ਬੱਚਿਆਂ ਦਾ ਲੰਗਰ ਪਾਣੀ ਪੱਕਦਾ, ਉਹ ਬਹੁਤ ਆਨੰਦ ਆਉਂਦਾ ਸੇਵਾ ਕਰਨ ਦਾ ਜੀ। ਮੈਂ ਭਾਗਾਂ ਵਾਲਾ ਜਿਹੜਾ ਫਿਰ ਆਣ ਕੇ ਪਿੰਗਲਵਾੜੇ ਬੱਚਿਆਂ ਦੀ ਸੇਵਾ ਤੇ ਤਨ ਮਨ ਤਨ ਦੇ ਨਾਲ ਜਿਹੜੇ ਬੱਚੇ ਆ ਯਤੀਮ ਬੱਚੇ, ਉਹਨਾਂ ਦੀ ਖਿਚੜੀ ਵੀ ਬਣਦੀ ਇੱਥੇ। ਖਿਚੜੀ ਵੀ ਖੁਸ਼ ਹੋ ਕੇ ਖਾਂਦੇ ਨੇ। ਇੱਥੇ ਦਾਲ ਪ੍ਰਸ਼ਾਦਾ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ। 8 ਦਿਨਾਂ ਬਾਅਦ ਇੱਥੇ ਖੀਰ ਬਣਦੀ ਹੈ ਜੀ, ਦੁੱਧ ਦੀ। ਬਹੁਤ ਖੁਸ਼ ਹੋ ਕੇ ਖੀਰ ਖਾਂਦੇ ਬੱਚੇ ਜੀ। ਖਾਣ ਪੀਣ ਨੂੰ ਹੋਰ ਕੀ ਚੰਗਾ ਲੱਗਦਾ ਨਿਸ਼ਾ? ਰੋਟੀ, ਦਾਲ, ਖਿਚੜੀ, ਨਿਸ਼ਾ ਦੇ ਕਿੰਨੇ ਫਰੈਂਡਸ ਹੈਗੇ ਇੱਥੇ? ਕੀ ਨਾਂ ਹੈ ਉਹਨਾਂ ਦਾ ਦੱਸ ਸਕਦੇ? ਹਾਂਜੀ। ਕਿੰਨੇ ਫਰੈਂਡਸ ਹੈ ਇੱਥੇ? ਇੱਕ ਜੋਤੀ ਆ, ਇੱਕ ਸੋਨੂ, ਬਸ। ਅਸੀਂ ਹੈਰੀ ਬਸ ਬਸ। ਬਾਹਰ ਜਾਣਾ। ਇਹ ਜਦੋਂ ਮੈਂ ਛੋਟਾ ਜਿਹਾ ਹੋਇਆ ਨਾ ਤੇ ਹੋਸ਼ ਸੰਭਾਲੀ, ਮੈਂ ਭਗਤ ਜੀ ਮੇਰਾ ਨਾਂ ਕੀ ਹੈ। ਕੋਈ ਮੈਨੂੰ ਟਾਕਾ ਕਹੇ, ਕੋਈ ਉੱਦਾਂ ਪਿਆਰ ਨਾਲ ਲਾਡਲਾ ਸੀ ਸਾਰਿਆਂ ਦਾ, ਸਾਰੇ ਮੈਨੂੰ ਲਾਡ ਕਰਦੇ ਸੀ। ਤੇ ਮੈਂ ਭਗਤ ਜੀ ਮੇਰਾ ਨਾਂ ਦੱਸੋ। ਕਹਿੰਦਾ ਤੂੰ ਕੀ ਨਾਂ ਰੱਖਣਾ ਚਾਹੁੰਦਾ? ਮੈਂ ਮੇਰੇ ਮਾਂ ਵੀ ਤੁਸੀਂ ਹੋ, ਪਿਓ ਵੀ ਤੁਸੀਂ ਹੋ। ਇਹ ਦੁਪਹਿਰ ਦਾ ਟਾਈਮ ਹੋਇਆ ਤੇ ਰੋਟੀ ਖਾਣ ਦਾ ਟਾਈਮ ਹੋਇਆ। ਕਹਿੰਦੇ ਜਾ ਅਸ਼ੋਕ ਭਾਈ ਰੋਟੀ ਲੈ ਆਇਆ। ਮੈਨੂੰ ਤਾਂ ਪਤਾ ਨਹੀਂ ਸੀ ਭਾਈ ਭਗਤ ਜੀ ਦਾ ਇੰਨਾ ਨਾਂ ਹੈ। ਮੈਂ ਭਗਤ ਜੀ ਪੈਸੇ ਦੇਵੋ। ਕਹਿੰਦਾ ਪੈਸੇ ਨਾ ਲੈ, ਤੂੰ ਮੇਰਾ ਬਾਟਾ ਲੈ ਜਾ। ਮੈਂ ਸੰਤ ਜੀ ਇਹ ਬਾਟੇ ਨਾਲ ਕਿਸੇ ਨੂੰ ਰੋਟੀ ਥੋੜ੍ਹਾ ਦੇਣੀ ਤੇ ਪੈਸੇ ਨਾਲ ਹੀ ਹੈ। ਜਦੋਂ ਤੂੰ ਬਾਟਾ ਲੈ ਜਾ ਤਾਂ ਉੱਥੇ ਖਲੋ ਜਾਈ ਤਾਂ ਉਹਨਾਂ ਨੇ ਆਪੇ ਤੈਨੂੰ ਰੋਟੀ ਦੇ ਦੇਣੀ। ਵਿਚਾਰੀ ਕੋਲ ਹੋਟਲ ਹੁੰਦਾ ਸੀ। ਜੋ ਹੋਇਆ ਤਾਂ ਉਹਨਾਂ ਨੇ ਕਿਹਾ ਬਈ ਹਾਂ ਕਿੱਥੋਂ ਆਇਆ? ਭਗਤ ਜੀ ਨੇ ਭੇਜਿਆ। ਤੇ ਫਿਰ ਉਹਨਾਂ ਨੇ ਇੰਨੀਆਂ ਬੜੀਆਂ ਰੋਟੀਆਂ ਤੇ ਦਾਲ ਦੇ ਦਿੱਤੀ। ਮੈਂ ਪੈਸਾ ਕਹਿੰਦਾ ਉਹਨਾਂ ਦਾ ਬਾਟਾ ਦੇਖ ਲਿਆ ਆਪਾਂ, ਉਹੀ ਪੈਸੇ ਆ ਸਾਡੇ ਵਾਸਤੇ। ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। What type of food we should take? Only that food which is healthy in langar, especially we should give priority to those food, green foods and organic food. We get children suffering from cerebral palsy, autism, Down syndrome, all these diseases. Pesticide is the main reason of the disability. We receive all these children. Of course, we have got helpers over here, sevadarnis, but nobody can give that love and affections as a mother can do it. Mama, Mama, ਨਾਮ ਬਨਾਈ ਰਾਜ ਲੀਲਾ ਤੇਰਾ ਨਾਮ ਬਨਾਈ ਰਾਜ ਲੀਲਾ ਤੇਰਾ ਨਾਮ ਬਨਾਈ। ਭਗਤ ਜੀ ਨੇ ਮੈਂ ਕਿਹਾ ਵੀ ਹੈ ਭਾਈ ਮੈਨੂੰ ਹੋਰ ਡਿਊਟੀ ਦੇ ਦਿਓ। ਕਹਿੰਦੇ ਡਾਕਟਰ ਵਕੀਲ ਤੇ ਹਰ ਕੋਈ ਬਣ ਜਾਂਦੇ ਆ, ਪਰ ਸੇਵਾਦਾਰ ਜਿਹੜਾ ਨਾ ਕੋਈ ਬਣਦਾ। ਇਹ ਭਗਤ ਜੀ ਦੇ ਲਫ਼ਜ਼ ਹੈ ਤੇ ਮੈਂ ਤੈਨੂੰ ਸੇਵਾਦਾਰ ਬਣਾਉਣਾ ਚਾਹੁੰਦਾ। ਕਿ ਮੈਂ ਇੱਕ ਸੇਵਾਦਾਰ
ਤੇ ਸੇਵਾ ਹੀ ਕਰਦਾ ਆਇਆ ਤੇ ਸੇਵਾ ਹੀ ਕਰਦਾ ਰਵਾਂ। ਹਾਂਜੀ। ਸਿਰ ਸਿਰ ਰਿਜਕ ਸੰਭਾਹੈ ਠਾਕੁਰ ਕਾਹੇ ਪਨ ਪੋ ਕਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। Sikhism believes in equality, and it also believes in the service of mankind. If you look at the Sikh value system, it is want to build a new social order that is based on equality, justice, and welfare of all the people. Langar reflects the Sikh value system of sharing food with the others. It is run in every Sikh shrine all over the world. And to run it, voluntary service is required. If you look at the Sri Guru Ramdas Langar, daily about 70,000 people take food here, and all the services are performed voluntarily by the people coming from different walks of life. People doing this type of seva consider it meritorious, spiritually meritorious. It is the service of mankind. Tan man tan, that seva can be performed by 3 types of work. That is physical labor, then it is intellectual labor, and then it is through monetary help. Langar has become an integral part. It is not only a man-made institution, now it has acquired the shape of a divine institution. ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੇ ਗੁਰੂ ਮਨਾਇਆ ਰੱਜ ਰੱਜ ਸੇਈ ਖਾਹੇ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲ ਮਾਏ ਜਿਨੇ ਗੁਰੂ ਮਨਾਇਆ ਰੱਜ ਰੱਜ ਸੇਈ ਖਾਹੇ ਜਿਨੇ ਗੁਰੂ The Langar institution owes its origin to Guru Nanak, and it was carried on by his successor Guru Angad at Khardur Sahib to remove the caste stigma that was associated with the Indian system at that time, because socially people will not intermingle together, they will not worship together, they will not eat together at that time. So Guru made it compulsory for everybody that whatsoever a person is, there should be no discrimination while serving the food. Men and women will sit together and they will perform the voluntary service. Datta Data ek hai, sabko devanhar, de de tot na avai, ਗਣਤ ਭਰੇ ਭੰਡਾਰ। ਇਹ ਜਿਹੜੀ ਅਸੀਂ ਇੱਥੇ ਸੇਵਾ ਕਰ ਰਹੇ ਹਾਂ, ਇਹ ਕਾਫੀ ਹੈਵੀ ਸੇਵਾ ਹੈ। ਇਹਦੇ ਵਿੱਚ ਅਸੀਂ ਭਾਰ ਚੁੱਕਦੇ ਹਾਂ, ਜਿਵੇਂ ਕਿ ਖੰਡ ਦੀਆਂ ਬੋਰੀਆਂ ਹੋ ਗਈਆਂ, ਉਹ ਚੁੱਕਣੀਆਂ ਹੁੰਦੀਆਂ। ਇਸ ਤੋਂ ਇਲਾਵਾ ਕਣਕ ਹੋ ਗਈ, ਜਿਹੜੀ ਲੋਡਿੰਗ ਅਨਲੋਡਿੰਗ ਕਰਨੀ ਹੁੰਦੀ ਆ, ਉਹ ਸਾਰੀਆਂ ਕਰਦੇ ਹਾਂ। ਇਹ ਜਿਹੜੀ ਸੇਵਾ ਕਰਦੇ ਸੀ, ਸਾਰੇ ਲੜਕੇ ਕੋਈ 15 ਕਿਲੋਮੀਟਰ, ਕੋਈ 20 ਕਿਲੋਮੀਟਰ, ਕੋਈ 25 ਕਿਲੋ 50 ਕਿਲੋਮੀਟਰ ਤੋਂ ਵੀ ਆਉਂਦੇ ਆ। ਇਹ ਜਿਹੜੀਆਂ ਡਿਊਟੀਆਂ ਲਾਈਆਂ ਜਾਂਦੀਆਂ, ਖੁਦ ਦੀਆਂ ਸੈਲਫ ਦੇ ਤੌਰ 'ਤੇ ਡਿਊਟੀਆਂ ਆਪਣੇ ਆਪ ਬੱਚੇ ਲਵਾ ਰਹੇ ਆ। ਹਰ ਸੰਡੇ ਜਾਂ ਹੋਰ ਵੀ ਫੈਸਟੀਵਲ ਜਿਵੇਂ ਦੀਵਾਲੀ ਆ, ਜਿਵੇਂ ਵਿਸਾਖੀ ਆ, ਇਹਨਾਂ ਫੈਸਟੀਵਲ 'ਤੇ ਅਸੀਂ ਆਉਂਦੇ, ਰੈਗੂਲਰ ਆਉਂਦੇ ਹਾਂ, ਸੇਵਾ ਕਰਦੇ। ਇਹ ਸਾਡੇ 'ਤੇ ਕਿਸੇ ਪਰਸਨ ਜਾਂ ਕਿਸੇ ਵੀ ਚੀਜ਼ ਦਾ ਦਬਾਅ ਨਹੀਂ ਆ, ਖੁਦ ਦੇ ਆ, ਖੁਦ ਦੀ ਇਟਰਨਲ, ਜਿਵੇਂ ਆਪਾਂ ਕਹਿੰਦੇ ਹਾਂ ਸਪਿਰਿਚੁਅਲ ਸ਼ਾਂਤੀ ਵਾਸਤੇ, ਅਧਿਆਤਮਕ ਵਾਸਤੇ ਇਹ ਚੀਜ਼ਾਂ ਕਰਦੇ ਅਸੀਂ। ਇਹ ਜਿੰਨੇ ਵੀ ਸਾਡੇ ਮੁੰਡੇ ਆਉਂਦੇ, ਸੇਵਾਦਾਰ ਹੁੰਦੇ ਆ ਜੀ, ਇਹ ਤਕਰੀਬਨ ਪੜ੍ਹਦੇ ਆ।
ਤੇ ਕੁਝ ਲੜਕੇ ਜੌਬਸ ਤੇ ਲੱਗੇ ਆ, ਜਿਸ ਤਰ੍ਹਾਂ ਕਿ ਮੈਂ ਪੰਜਾਬ ਪੁਲਿਸ 'ਚ ਆ, ASI ਆ। ਐਜ਼ ਏ ਮੈਂ ਸਕੂਲ ਗਲੋਬਲ ਇੰਸਟੀਚਿਊਟ 'ਚ ਇੰਸਟ੍ਰਕਟਰ ਹੈਗਾ, ਲੈਬ ਇੰਚਾਰਜ। ਸਾਰਾ ਦਿਨ ਇੱਥੇ ਸੇਵਾ ਕਰਦੇ ਆ। ਮੇਰੇ ਨਾਲ ਕਾਫੀ ਮੇਰੇ ਸਾਥੀ, ਜਿਸ ਤਰ੍ਹਾਂ ਕਿ ਸੱਤੇ ਭਾਈ ਹੁਣੀ, ਜਗਜੀਤ ਸਿੰਘ, ਦਿਲਬਾਗ ਸਿੰਘ, ਠੀਕ ਹੈ। ਅਸੀਂ ਇਕੱਠੇ ਆਉਂਦੇ ਹਾਂ, ਗੁਰੂ ਘਰ ਆ ਕੇ ਸਾਡੇ ਮਨ ਨੂੰ ਰਿਲੈਕਸ ਮਿਲਦਾ। ਮੇਨ ਫੀਲਿੰਗ ਇਹੀ ਹੈਗੀ ਆ ਸਾਡੀ ਕਿ ਸਾਡਾ ਮਨ ਸ਼ਾਂਤ ਰਹੇ। ਘਰ ਬੈਠ ਕੇ ਕੋਈ ਸ਼ਾਂਤੀ ਨਹੀਂ ਹੈ। ਪਹਿਲੇ ਅਸੀਂ ਉੱਥੇ ਰੇਤ ਦੇ ਮਤਲਬ ਰੇਤ ਨਾਲ ਭਾਂਡੇ ਮਾਂਜੀ ਜਾਂਦੇ ਸੀ, ਉੱਥੇ ਸੇਵਾ ਕਰਦੇ ਸੀ। ਫਿਰ ਅਸੀਂ ਇੱਥੇ ਲੰਗਰ ਹਾਲ 'ਚ ਆ ਗਏ, ਫਿਰ ਅਸੀਂ ਮਗਰ ਟੱਪਾਂ 'ਤੇ ਚਲ ਗਏ, ਫਿਰ ਇੱਥੇ ਆ ਗਏ ਥੱਲੇ ਆ ਕੇ ਗੋਦਾਮ 'ਚ। ਅਲੱਗ ਮਤਲਬ 2-2 4-4 ਸਾਲ ਸਾਰੀ ਜਗ੍ਹਾ 'ਤੇ ਸੇਵਾ ਕੀਤੀ ਹੈ ਜੀ। ਕਿਤੇ ਹੋਰ ਜਾਣ ਨੂੰ ਜੀ ਨਹੀਂ ਕਰਦਾ। ਇਸ ਤਰ੍ਹਾਂ ਰਹਿੰਦਾ ਜਿਵੇਂ ਕੁਛ ਰਹਿ ਗਿਆ ਮੇਰਾ, ਕੁਛ ਰਹਿ ਗਿਆ। ਜਿੰਨਾ ਚਿਰ ਮੈਂ ਗੁਰੂ ਘਰ ਨਹੀਂ ਆਉਂਦਾ, ਮੇਰੇ ਮਨ ਨੂੰ ਪਤਾ ਨਹੀਂ ਚੈਨ ਜਿਹਾ ਨਹੀਂ ਆਉਂਦਾ। ਕੱਚਾ ਰੰਗ ਕੁਸੁੰਭ ਕਾ ਥੋੜ ਰਿਆਂ ਦਿਨ ਚਾਰ ਜਿਓ, ਵਿਨ ਨਾ ਵੇ ਭ੍ਰਮ ਭੁੱਲਿਆ, ਠੱਗ ਮੁੱਠੀ ਕੁੜਿਆਰ ਜਿਓ, ਸੱਚੇ ਸੇਤੀ ਰਤਿਆ ਹੋਏ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਚੰਤ ਫੇਰੀ, ਅਨਹਤਾ ਸ਼ਬਦ ਵਾਚੰਤ ਫੇਰੀ, ਕੈਸੀ ਆਰਤੀ ਹੋਏ ਆਰਤੀ ਹੋਏ। ਗगन में थाल रवि चंद दीपक बने, तारका मंडल जनक मोती, धूप मलयान लो कावण चवरो करे, सगल बन राय कुलंत ज्योति, सगल बन राय कुलंत ज्योति। कैसी आरती होए आरती होए, भव खंडना तेरी आरती, भव खंडना तेरी आरती। कैसी आरती होए ਮੇਰੇ ਪਿਤਾ ਨੇ ਮਹਿਸੂਸ ਕੀਤਾ ਕਿ ਇਹ ਸਥਾਨ ਕੋਈ ਪਵਿੱਤਰ ਆਤਮਾ ਦਾ ਜਗ੍ਹਾ ਹੈ, ਜਿੱਥੇ ਕਿ ਕਿਸੇ ਨੇ ਮਹਾਂਪੁਰਸ਼ ਨੇ ਤਪੱਸਿਆ ਕੀਤੀ ਹੈ। ਮੇਰੇ ਪਿਤਾ ਜੀ ਨੇ ਇਹ ਬਣਾਇਆ ਵੀ ਇੱਥੇ ਇੱਕ ਛੋਟਾ ਦਰਬਾਰ ਬਣਾਇਆ ਜਾਵੇ। 1987 ਵਿੱਚ ਹਜ਼ੂਰ ਸਾਹਿਬ ਦੇ ਯਾਤਰਾ ਦੇ ਗਏ। ਯਾਤਰਾ ਦੇ ਦੌਰਾਨ ਉੱਥੇ ਰਾਤ ਨੂੰ ਅਸੀਂ 11 ਵਜੇ ਪਹੁੰਚੇ। ਜਦੋਂ ਉੱਥੇ ਪਹੁੰਚੇ ਤਾਂ ਉੱਥੇ ਦੇ ਸੇਵਾਦਾਰ ਸੀ, ਉਹਨਾਂ ਨੇ ਪੁੱਛਿਆ ਵੀ ਲੰਗਰ ਛਕੋ। ਦਾਸ ਨੇ ਮਹਿਸੂਸ ਕਰਦਾ ਵੀ 11 ਵਜੇ ਲੰਗਰ ਦਾ ਕਿਹੜਾ ਟਾਈਮ ਹੈ। ਉੱਥੇ ਦਾਸ ਨੇ ਬੇਨਤੀ ਕਰੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਅਸੀਂ ਵੀ ਉੱਥੇ 24 ਘੰਟੇ ਲੰਗਰ ਸ਼ੁਰੂ ਕਰੀਏ। ਜੋ ਇੱਥੇ ਥੋੜ੍ਹਾ ਚੜ੍ਹਤ ਆਏਗੀ ਉਹਦੇ ਨਾਲ ਹੀ ਕੰਮ ਚਲਾਵਾਂਗੇ। ਮਹਾਰਾਜ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਸਾਨੂੰ ਅੱਜ ਤਾਈਂ ਕਿਸੇ ਪੈਸੇ ਕੋਲ ਮੰਗਣ ਦੀ ਲੋੜ ਨਹੀਂ ਪਈ। ਨਾ ਹੀ ਮੰਗਿਆ, ਨਾ ਮੰਗਾਂਗੇ। ਕੋਈ ਬੱਸਾਂ ਜ਼ਿਆਦਾ, ਕੋਈ ਕਾਰ 'ਚ ਆਉਂਦਾ, ਕੋਈ ਗੱਡੀ 'ਚ, ਹਰ ਤਰ੍ਹਾਂ ਦੇ ਹਾਈ ਕੋਰਟ ਜੱਜ ਵੀ ਆਉਂਦੇ ਆ, ਲੀਡਰ ਵੀ ਆਉਂਦੇ, ਮਿਨਿਸਟਰ ਵੀ ਆਉਂਦੇ। ਇਹਦੇ ਵਿੱਚ ਹਰ ਧਰਮ ਦੇ ਯਾਤਰੀ ਆਉਂਦੇ, ਹਿੰਦੂ ਵੀ, ਮੁਸਲਮਾਨ ਵੀ, ਸਿੱਖ ਵੀ, ਈਸਾਈ। ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਸ਼ੁਰੂ ਕਰੀ ਸੀ, ਉਸੇ ਪਾਸੋਂ ਆ ਕੇ ਤੋੜਦੇ ਇਹ ਲੰਗਰ ਦੀ ਪ੍ਰਥਾ ਚੱਲ ਰਹੀ ਹੈ। ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਆਮ ਜ਼ਿਆਦਾ ਗਰੀਬ ਸੰਗਤ ਦਾ ਇਹਦਾ ਅਗਰ ਲੰਗਰ ਛਕਦੀ ਹੈ। ਸੰਗਤ ਔਰ ਪੰਗਤ ਜ਼ਰੂਰੀ ਹੈ। ਅਕਬਰ ਬਾਦਸ਼ਾਹ ਨੂੰ ਵੀ ਗੁਰੂ ਮਹਾਰਾਜ ਨੇ ਪਹਿਲਾਂ ਪੰਗਤ ਕਰਨ ਵਾਸਤੇ ਭੇਜਿਆ, ਤਾਂ ਦਰਸ਼ਨ ਦਿੱਤੇ ਸੀਗੇ ਵੀ ਪਹਿਲਾਂ ਪੰਗਤ ਕਰੋ, ਬਾਅਦ ਸਾਡੇ ਦਰਸ਼ਨ ਕਰੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਸ
ਦੁਨੀਆ ਦੇ ਉੱਤੇ ਆ ਕਰਕੇ ਸਭ ਤੋਂ ਵੱਡਾ ਜਿਹੜਾ ਕਾਰਜ ਕਰਨਾ ਕੀਤਾ ਉਹ ਸੀ ਇਹ ਦੁਨੀਆ ਦੇ ਸਭ ਤੋਂ ਵੱਡੇ ਭਲਾਈ ਦੇ ਕਾਰਜ ਦੇ ਵਿੱਚ ਇੱਕ ਲੰਗਰ ਦੀ ਪ੍ਰਥਾ ਚਲਾਉਣੀ। ਦੂਰੋਂ ਨੇੜਿਓਂ ਥੱਕ ਕਰਕੇ ਆਈਆਂ ਸੰਗਤਾਂ ਲੰਗਰ ਛਕ ਕੇ ਠੰਡੇ ਜਲ ਛਕ ਕੇ ਤ੍ਰਿਪਤ ਹੁੰਦੀਆਂ। ਸਾਧ ਸੰਗਤ ਜੀ ਅੱਜ ਵੀ ਇਸ ਸੰਸਾਰ ਦੇ ਉੱਤੇ ਬੜੇ ਹੀ ਵੱਡੀ ਪੱਧਰ ਦੇ ਉੱਤੇ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕੀਤੇ ਜਾਂਦੇ ਹਨ। ਕਿਸੇ ਵੀ ਦੇਸ਼ ਦੇ ਵਿੱਚ ਭੀੜ ਪੈ ਜਾਵੇ, ਕਿਸੇ ਵੀ ਕਿਸਮ ਦਾ ਨੁਕਸਾਨ ਹੋ ਜਾਵੇ, ਜਿਵੇਂ ਕਿ ਭੂਚਾਲ, ਤੂਫਾਨ ਅਤੇ ਹੋਰ ਵੀ ਕਈ ਤਰ੍ਹਾਂ ਦੇ, ਜਿਵੇਂ ਕਿ ਕਿਸੇ ਦੇਸ਼ ਦੇ ਵਿੱਚ ਸੋਕਾ ਪੈ ਜਾਣਾ, ਅਤੇ ਸਾਰੇ ਹੀ ਜਿਹੜੇ ਇਸ ਤਰ੍ਹਾਂ ਦੇ ਪੀੜਤ ਲੋਕ ਨੇ ਉਹਨਾਂ ਦੀ ਭਲਾਈ ਵਾਸਤੇ ਹਰ ਇੱਕ ਤਰ੍ਹਾਂ ਦਾ ਕੱਚਾ ਰਾਸ਼ਨ ਅਤੇ ਪਕਾ ਕਰਕੇ ਵੀ ਸੇਵਾ ਕੀਤੀ ਜਾਂਦੀ ਹੈ। ਕੋਈ ਵੀ ਜੀਵ ਜਿਹੜਾ ਹੈ ਗਰੀਬ, ਕੋਈ ਭੁੱਖਾ ਨਾ ਰਹੇ, ਇਹ ਲੰਗਰ ਦੀ ਮਰਿਆਦਾ ਚਲਾਈ ਹੋਈ ਹੈ। ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰਾਸ਼ਨ ਦੇ ਜਿਹੜੇ ਟਰੱਕ ਸੀ ਉਹ ਉਸ ਗੁਜਰਾਤ ਦੀਆਂ ਸੰਗਤਾਂ ਲਈ, ਲੋਕਾਂ ਲਈ ਭੇਜਣਾ ਕੀਤੇ, ਅਤੇ ਇੱਥੋਂ ਦੇ ਸੰਤ ਮਹਾਂਪੁਰਸ਼ਾਂ ਨੇ ਉਸ ਥਾਂ ਦੇ ਉੱਤੇ ਵੀ ਜਾ ਕਰਕੇ ਲੰਗਰ ਲਗਾਉਣਾ ਕੀਤੇ। ਜੋ ਚਾਹ ਦਾ ਲੰਗਰ ਚੱਲ ਰਿਹਾ ਹੈ ਉਹ ਦਾਸ ਨੇ 40-50 ਮੱਝਾਂ ਰੱਖੀਆਂ ਹੋਈਆਂ, ਉਸ ਦਾ ਦੁੱਧ ਔਰ ਬਾਹਰੋਂ ਪਿੰਡਾਂ 'ਚ ਦੁੱਧ ਰਾਹੀ ਕਰਕੇ ਲਿਆ ਕੇ ਚਾਹ ਦਾ ਲੰਗਰ ਚਲਾਉਂਦੇ ਹਾਂ। ਡਰਾਈਵਰਾਂ ਦੀ ਇੱਛਾ ਸੀ ਕਿ ਉਹਨਾਂ ਦਾ ਲੰਗਰ ਛਕਣ ਤੋਂ ਬਾਅਦ ਚਾਹ ਜ਼ਰੂਰ ਪੀਣੀ ਹੈ। ਫਿਰ ਇਸ ਵਾਸਤੇ ਅਸੀਂ ਜੇ ਚਾਹ ਦਾ ਲੰਗਰ ਵੀ 24 ਘੰਟੇ ਸ਼ੁਰੂ ਕਰਤਾ ਤਾਂ ਕਿ ਡਰਾਈਵਰ ਆਪਣਾ ਲੰਗਰ ਛਕ ਕੇ ਚਾਹ ਜ਼ਰੂਰ ਛਕਣ, ਉਹਨਾਂ ਦੀ ਤਮੰਨਾ ਪੂਰੀ ਹੋਵੇ। 40-50 जानवर है, 1.5 गुना दूध होता है जो चाय भी बरता, मतलब जो दूध गांव में लेकर इकट्ठा कर लाते हैं। 9 मुलाजम हमने दूध पर रखे हुए, वो दूध लेकर आते गांव में से, उसका जो चाय में बरते हैं, बाकी जो बचता है उसकी लस्सी बनाते हैं, मक्खन बनता, घी बनता, घी बनाकर वो लंगर में बरते हैं। उसको मूल नहीं बेचते, सब लंगर में बरता जाता है। किसी लंगर 24 घंटे चलता है, 24 घंटे ज़्यादा बनता है। रात को रात वाले बनाते, दिन में दिन वाले को बनाते। पुण्य नाल फलियां नाल रिवाज का रिवाज मिला मुलाजमान नूं, सेवा की सेवा। भूखे भगत न कीजै, जय माता अपनी लीजै। भूखे भगत न कीजै, जय माता अपनी लीजै। हम मांगो संतन रेना, मैं नाही किसी का देना। हम मांगो संतन रेना, मैं नाही किसी का देना। भादो कैसी बने तुम संग, अपना देहो तदेवो मंगे। दोए सिर मांगो चूना, पाओ कियो संग लूना। अध सिर मांगो ताले, मुको दोनों वक्त जीवाले। अध सिर मांगो ताले, मुको दोनों वक्त जीवाले। भूखे भगत न कीजै, जय माला अपनी लीजै। ਵੈਸੇ ਤੁਸੀਂ ਆਉਂਦੇ ਹੋ ਕੱਲੇ ਦੂਰ, ਉਹ ਮਾਲਕ ਨਾਲ ਹੈ, ਜਿਹਨੇ ਸਾਡੇ ਨਵਾਜੇ ਹੈ, ਜਿਹਨੇ ਭੇਜੇ ਹੈ, ਉਹ ਨਾਲ ਹੈ। ਮੈਂ ਕੁਝ ਨਹੀਂ ਕਰ ਸਕਦਾ। ਮੈਂ ਮੇਰੀ ਨੂੰ ਕੁੱਟ ਕੇ ਨਿੱਕੀ ਕਰਕੇ ਕੁੱਟ, ਪਰੇ ਖਜ਼ਾਨੇ ਸਾਹਿਬ ਨੇ ਖੁੱਲ੍ਹਾ ਹੋ ਕੇ ਅਸੀਂ ਆਪਣੇ ਆਪ ਵਿੱਚ ਕੁਛ ਨਹੀਂ ਹੈ, ਮਿੱਟੀ ਹੈ। ਇਹੋ ਚੀਜ਼ ਖਾਣ ਪੀਣ ਦਾ ਕੁਝ ਨਹੀਂ ਲੈ ਜਾਂਦਾ। ਖਾਣ ਪੀਣ ਨੂੰ ਜੋ ਕੁਛ ਹੈ ਕਰਮ ਵਿੱਚ ਬਣੀ ਜਾਂਦਾ ਭੈਣ ਜੀ, ਉਹ ਜੋ ਕਿਸੇ ਜੀਵ ਦੇ ਭਾਗ ਦਾ ਹੈ। ਅਸੀਂ ਛਕਿਆ ਹੈ ਸਿਰ ਪ੍ਰਸਾਦ, ਅਸੀਂ ਸੇਵਾ ਕਰਨਾ ਸਾਡਾ ਹੱਕ ਹੈ। कुदरत वसिया, तेरा अंत न जाई लखिया। भले हरी कुदरत वसिया। ਉੱਥੇ ਕਣਕ ਪੈਦਾ ਕਰਦੇ, ਧਾਨ ਵੀ ਪੈਦਾ ਕਰਦੇ।
ਜੇ ਧਾਨ ਉਹ ਅਸੀਂ ਚਾਵਲ ਬਣਾ ਕੇ ਸੰਗਤ ਨੂੰ ਖਿਲਾਉਂਦੇ, ਕਣਕ ਉਹ ਪੈਦਾ ਸੰਗਤ ਨੂੰ ਸੰਗਤ ਨੂੰ ਖਿਲਾਉਂਦੇ ਪੈਦਾ ਕਰਦੇ। ਬਸ ਜੋ ਵੀ ਚੀਜ਼ ਹੈ ਮਤਲਬ ਸੰਗਤ ਨੂੰ ਵਰਤੀ ਜਾਂਦੀ ਹੈ। ਕੁਦਰਤ ਵਸਿਆ ਹਰ ਰੋਜ਼ 4-5 ਹਜ਼ਾਰ ਤਕਰੀਬਨ ਯਾਤਰੀ ਰੋਜ਼ ਇੱਥੇ ਲੰਗਰ ਛਕਦਾ। ਸਾਡਾ ਉਹਨਾਂ ਨਾਲ ਬੜਾ ਪ੍ਰੇਮ ਹੈ, ਉਹ ਸਾਨੂੰ ਬੜਾ ਸਤਿਕਾਰ ਦਿੰਦੇ ਆ ਕੇ। ਤੇਰਾ ਅੰਤ ਨਾ ਜਾਹੀ ਲਖਿਆ। रोटी ਨੂੰ ਪ੍ਰਸਾਦਾ क्यों कहते हैं? पंजाबी में गुरु नाम ने बोले ही थे, प्रसादे बोलते हैं हमारे पंजाब में, पंजाबी में। प्रसाद तो सारा ही वो हाँ प्रसाद, हाँ प्रसाद ही बोलते हैं। दाल भी प्रसाद बोलते हैं। खाना ही प्रसाद। हाँ खाना ही प्रसाद, सभी को प्रसादे को भी, दाल को भी प्रसाद ही बोलते हैं। दाल चाय को भी प्रसाद बोलते हैं, प्रसाद चख लो। जो भी गुरु का दिया है। हाँ गुरु दिया, अपना कुछ नहीं, सभी गुरु का। नहीं मैंने सब कुछ देता जी, दाल देता, रोटी पतासा देता जी, जल्दी चाय सब कुछ देता जी, जो आता हाथ में दे देता जी। ये सेवा कराने जैसे मैं करो, तो बर्तन मांजो या झाड़ू मारो, जो मैं सेवा करनी है हमारा पुण्य कमाना है। पेपर खत्म हो गया इसलिए मैंने सेवा बोला, सेवा करूँगा बहुत ज़्यादा मैं, इसलिए मैंने वादा करा गॉड को मैं सेवा करूँगा बहुत ज़्यादा। मैं सब मंदिर में जाता हूँ, हनुमान के जाता हूँ, गुरुद्वारे में जाता हूँ, सवेरे हनुमान जाता हूँ, भोले मान को जाता हूँ। जालवीर जी देखो, जाल जी जाल। फिर गुरुद्वारे में आया, आज मैं छुट्टी थी मेरी, कल भी आऊँगा, ऐसे आता रहूँगा। जाता मेरे में हिम्मत है, जाता आता रहूँगा मैं। सेवा जरूरी है जी, अपने मन के लिए अच्छा है, सेहत के लिए अच्छा है जी, घर वालों के लिए अच्छा है जी। ना कोई बुराई आएगी, दिमाग में अच्छी बातें आएगी सारी, ना बुरी बातें आएगी जी। घर वालों से क्या है, घर वाले मेरे मुझे मारते थे, इसलिए मैं कुछ बोल नहीं पाता रहा, इसलिए मैं भगवान में ज़्यादा इंटरेस्ट है। पढ़ाई में कमज़ोर हूँ बहुत ज़्यादा, गौर से दुआ करता हूँ बहुत ज़्यादा, मुझे पढ़ाई में इंतजार करो मेरा, तो बाकी कुछ मांगता नहीं, सेवा करना चाहता हूँ बस, जिससे शांति मिलता है दिल में मुझे बहुत ज़्यादा। उनको पता नहीं जी मैं सेवा करता जी, किसी को नहीं पता जी, ये सारे मजाक उड़ाते हैं जी, ये ढोंगी है, ऐसे ऐसे लोग ऐसे बोलने लगते हैं जी, इसीलिए ये तो मैं अपने घर वालों के लिए कर रहा हूँ जी, वो सुख रहे। सेवा भावना ਨਾਲ सेवा ਕੀਤੀ ਆ। ਭਾਈ ਕਨਈਆ ਜੀ ਨੇ ਜਲ ਛਕਾਉਣ ਦੀ ਜੰਗ 'ਚ ਕਈ ਫੱਟੜ ਹੋਏ, ਜ਼ਖਮੀ ਹੋਏ, ਜਿਹੜੇ ਲੜਾਈ ਦੇ ਵਿੱਚ ਉਹਨਾਂ ਨੂੰ ਜਲ ਛਕਾਈ ਗਿਆ, ਚਾਹੇ ਕੋਈ ਦੁਸ਼ਮਣ ਹੈ ਚਾਹੇ ਕੋਈ ਆਪਣਾ, ਇੱਕੋ ਰੂਪ ਸਮਝ ਗਏ। ਕਿਸੇ ਨੇ ਇਹ ਨਹੀਂ ਆਖਿਆ ਵੀ ਇਹ ਸਾਡਾ ਦੁਸ਼ਮਣ, ਨਾ, ਇਹਨੂੰ ਜਲ ਨਹੀਂ ਛਕਾਉਣਾ, ਇੱਕੋ ਰੂਪ ਸਮਝ ਕੇ ਸਰਬੱਤ ਨੂੰ ਜਲ ਛਕਾਈ ਗਏ। कबीर तू करता तू हुआ, मुझ में रहा न हूँ, जब आपा पर का मिट गया, जत देखो तत तू। कबीर तू करता तू हुआ, मुझ में रहा न हूँ, जब आपा पर का मिट गया, जत देखो तत तू, जत देखो तत तू, जत देखो तत तू। ਹੁਣ ਤੁਸੀਂ ਦੇਖੋ, ਸਿਆਣੇ ਹੋ, ਵੀ ਬਿਨਾਂ ਰੁਪਈਆਂ ਦੇ ਤੁਹਾਡਾ ਕੰਮ ਚੱਲ ਸਕਦਾ? ਆਟਾ ਹੀ ਨਹੀਂ ਪੂਰਾ ਹੋ ਸਕਦਾ। ਪ੍ਰੈਕਟੀਕਲੀ ਇਹ ਹੈ, ਜਿਹੜੀ ਚੱਲਣ ਦੀ ਗੱਲ ਆ, ਇਹਦੇ ਬਾਰੇ ਮੈਨੂੰ ਨਹੀਂ ਪਤਾ ਕੌਣ ਚਲਾ ਰਿਹਾ,
ਸੰਗਤ ਰੱਬ ਹੁੰਦੀ ਹੈ, ਸੰਗਤ ਦੀ ਸੇਵਾ ਨਾਲੇ ਚੱਲ ਰਿਹਾ। ਬਾਕੀ ਆਲੂਆਂ ਨੂੰ ਪਤਾ ਹੋਊ। ਖਾਵਹਿ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਬਾਬੇ ਨੇ ਲਾਈ ਆਰਡਰ ਲਾਇਆ ਸਾਡਾ, ਹਾਂ ਸੰਗਤ ਨੂੰ ਦੇਈ ਦੇ ਫਤਿਹ ਤੇ। ਹਾਂਜੀ ਰੋਜ਼ ਕਰਦੇ ਹਾਂ। ਹਾਂਜੀ ਟਰੱਕ ਵਾਲੇ ਵੀ, ਗੱਡੀਆਂ ਵਾਲੇ ਵੀ, ਬੱਸਾਂ ਵਾਲੇ ਵੀ ਆ ਜਾਂਦੇ। ਖਾਵੈ ਰਲ ਮਿਲ ਭਾਈ, ਫੜੋ ਭਾਈ ਮਰੋਣੀ ਨਾਲ, ਟੋਟ ਨ ਆਵੈ ਸਾਡੇ ਨਾਲ ਦੇਈਏ ਵੱਧ ਦੋ ਜਾਈ। ਟੋਟ ਨ ਆਵੈ ਵੱਧ ਦੋ ਜਾਈ। ਅਸੀਂ ਬਟਾਲਿਓ ਚੱਲਦੇ ਹਾਂ ਚੰਡੀਗੜ੍ਹ, ਜਲੰਧਰ ਹੋ ਗਏ। ਜਿਹੜੇ ਲੰਗਰ ਲਾਗੇ ਟੂਲ ਟੈਕਸ ਦੇ ਬਹੁਤ ਜ਼ਿਆਦਾ ਸਹੂਲਤ ਹੈ ਇਹਨਾਂ ਦੀ। ਸਾਰੇ ਛਕਦੇ ਪ੍ਰਸ਼ਾਦਾ ਜੀ, ਜਿਹਨੂੰ ਗੁਰੂ ਦਾ ਲੰਗਰ ਪ੍ਰਸ਼ਾਦਾ ਛਕਣਾ, ਗੁਰੂ ਦਾ ਲੰਗਰ ਇੱਕ ਹੀ ਭਾਵੇਂ ਲਏ ਪ੍ਰਸ਼ਾਦਾ, ਜਿਹਨੇ ਲੈਣਾ ਉਹਨੇ ਲੈਣਾ ਹੀ ਲੈਣਾ। ਨੇ ਹੁਣ ਅਸਾਂ ਵੀ ਇੱਕ ਤਾਂ ਪ੍ਰਸ਼ਾਦਾ ਲੈਂਦੇ ਹਾਂ ਡੇਲੀ ਹੁੰਦੇ ਆ। ਛਕ ਲਓ ਪ੍ਰਸ਼ਾਦ ਬਾਬਾ ਜੀ ਦਾ, ਵਾਹਿਗੁਰੂ ਦਾ ਪ੍ਰਸ਼ਾਦ ਬਾਬਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ ਬਾਬਾ ਜੀ ਛਕ ਲਓ ਬਾਬਾ ਜੀ, ਭਾਗਾਂ ਨਾਲ ਹੀ ਮਿਲਦਾ ਇਹ ਵੱਧ ਤੋਂ ਜਾਈ। ਬਾਬਾ ਜਗਤ ਰਾਮ ਦਾ ਡੇਰਾ ਹੈ। ਅਸੀਂ ਸਵੇਰੇ ਹੀ ਆਉਣਾ ਆ, ਯਾਨੀ ਕਿ ਆ ਕੇ ਪ੍ਰਸ਼ਾਦੇ ਤਿਆਰ ਕਰਨੇ ਨੇ। ਪ੍ਰਸ਼ਾਦੇ ਤਿਆਰ ਕਰਕੇ ਫਿਰ ਅਸੀਂ ਆਲੂ ਕੱਟਣੇ ਨੇ, ਸਬਜ਼ੀ ਸੰਗਤ ਨੂੰ ਛਕਾਣੇ ਨੇ, ਬਰਤਨ ਸਾਫ਼ ਕਰਨੇ ਨੇ, ਤਾਂ ਫਿਰ ਉੱਤੇ ਮਗਰ ਤੇ ਆਲੂ ਕੱਟਣੇ ਨੇ। ਕਿੰਨੀਆਂ ਬੋਰੀਆਂ ਕੱਟ ਦਿੱਤੀਆਂ? 10 ਬੋਰੀਆਂ ਕੱਟ ਦਿੱਤੀਆਂ ਆਲੂ ਦੀਆਂ ਬੋਰੀਆਂ। ਆਪਣੇ ਮਨ ਦੀ ਸ਼ਰਧਾ ਹੈ, अपनी मन की श्रद्धा है, इसलिए करते हैं। रब नाल प्यार ਸਾਨੂੰ है, ਰੱਬ ਨਾਲ, ਗੁਰੂ ਨਾਲ ਪਿਆਰ ਹੈ। ਸ਼ਾਮ को घर जाना, ਲੰਗਰ ਪਾਣੀ ਤਾਂ ਛਕਣਾ, ਬਣਾਉਣਾ ਆ, ਕੱਪੜੇ ਕੁੱਪੜੇ ਧੋਣੇ ਹੁੰਦੇ, ਉੱਥੇ ਵੀ ਜਾ ਕੇ ਘਰੀ ਕੰਮ ਕਰਨਾ ਹੁੰਦਾ, ਸਵੇਰੇ ਫੇਰ ਆ ਕੇ ਲੰਗਰ ਤਿਆਰ ਕਰਨਾ। ਉੱਨੀ 1998 ਤੋਂ ਲੈ ਕੇ ਅੱਜ ਤੱਕ ਨਿਸ਼ਕਾਮ ਸੇਵਾ ਚੱਲਦੀ ਹੈ। जितनी गाड़ी है वो भी फ्री सेवा में चलते हैं। जो जितना दूध है वो भी मोती मेरे की याद में चल रहा है, फ्री। कोई इत्थे नफरत नहीं है, कोई इत्थे धर्म का रौला नहीं है, कोई इत्थे अमीरी गरीबी का रौला नहीं है। रौला इज्जत मान का। जो आले दुआले के पिंड है, किसी के घर दूध नहीं है, वो भी जहाँ पर ले जाते। पशु भी आज्ञा करिए, 2-4 घर में पशु हों तो डिंगते हैं, और देखो जहाँ पर कैसे अच्छे बैठे हैं। असी सारे ही संगतां दा सत्कार करते हैं। किसी नूं सरदार बनने लिए कहा, किसी नूं बाल कटाउण लिए कहा, क्योंकि ये तो एक शरीर की सांभ है। काम चैसी ने नहीं करना, काम इंजन ने करना। इंजन कौन? मन। जो किसी को कुछ हो जाता, फिर वो बाहरली चर्चा खत्म हो जाती है, फिर अंदरों करता। बाहरली खत्म ही करनी औखी है। मैं ते मेरी जदों मर गई, फिर तू ही तू है। कहो नानक जिस मस्तक लेख लिखाए, सो एक खजाना नयार लाए। कहो नानक जिस मस्तक लेख लिखाए, सो एक खजाना लया
ਇਹ ਨੈਸ਼ਨਲ ਹਾਈਵੇ ਹੈ ਜੀ, ਦਿੱਲੀ ਜੰਮੂ ਅੰਮ੍ਰਿਤਸਰ जलंधर होशियारपुर सारे पंजाब का बड़ा नेशनल हाईवे है। इसमें जो लड़के हैं सब फ्री आते हैं, सेवा गांव से कर कर अपने घर को शाम को चले जाता है। जो भी ये कहीं जाता है लंगर आता है पक्का हुआ पिंडों से, वो आटा ये पजाते हैं। वहाँ से आटा बनाकर बहनें इकट्ठी होकर सुबह उठकर 4 बजे वो लंगर पकाती हैं। वहाँ से फिर कोई 10 टोकरे को 5, यहाँ 100 टोकरा लग जाता है कि ये चलाना। फिर काट नहीं आएगी, कटेगा नहीं, ये तो चलता रहेगा। इसको किसी के समझ में नहीं आएगा कहाँ से आता है कहाँ से जाता है। इतने यहाँ से 8-10 क्विंटल दूध भी है। वो जो पशु दूध देते हैं वो दूध फ्री है, सारा ऐसे जाता है कि कहीं किसी के ब्याह है, किसी के गुरुद्वारा में है, आनंदपुर साहब, कीर्तपुर साहब, अमृतसर। गन्ने का रस भैन जी 2 महीने हो गए यहाँ चलते को। ये दूर दूर से इनके जो हैं इनके मित्र मेली, उनको बताना गड्डी आप लेकर आती ट्राली, कोई उनके उन्हें पैसा नहीं लेना, वो भी वहाँ से ऐसे फ्री लाते हैं। बस वाले भी आते हैं जी, मुसाफिर बसा रोडवेज की रुकती है, सब प्राइवेट बसा रुकती है, अपने आप रोक करके अगले खाना खाते हैं, प्रसादा ले जाते ने, पाते ने, छकते ने। संगत दी गड्डियाँ 10-10 गड्डियाँ 10 ट्रालियाँ इकट्ठियाँ आ जान तो सबको चलता इतने 100-100 200 भी बंदा इकट्ठा संगत का आ जाता। सारिਆਂ ਨੂੰ प्रसादा दुध चाह चावल ते छोलियां का प्रसाद है, बूंदी है, लड्डुआं दी है, ये प्रसादे है। कोई आनंदपुर साहब जाने 10-20 टोकरे, कोई टिब्बी साहब, कोई अमृतसर, दिल्ली तक सारे पासे जाते लंगर। किसी को कोई पाबंदी नहीं है, किसी ने साथ खाना ले जाना जितना मर्जी ले जाओ, और किसी को किराया नहीं है, किराया भी मिल जाता है। किसी को रात रहना 10 रोज रहना वो भी रह जाता है। साडा पिंड वीरागुड़ पिंदा, हाँ तेरे ही इधर घूमते कभी अनंदपुर कभी फतेहगढ़ साहब, फिर ही रोपड़, फिर इत्थे आ गया। हाँ महीना का सानू इत्थे आया ना, खुशी ना आ जाने, खुशी ना कर ली दी जिन्नी होंगी उन्नी कर ली दी है। फिर आन के इत्थे बह जाइदा, फिर तकालम चले जाइदा, फिर शामां नूं आ जाइदा इत्थे। हाँ जी लंकुर चले गुर सबक, हर तोत ना आवी खटिया, खर्चे तित खसमती अब खैंदी खैत बट्टी ਇਹ ਨਗਰੀ ਖਡੂਰ ਸਾਹਿਬ ਹੈ। ਇਸ ਜਗ੍ਹਾ ਤੇ 8 ਗੁਰੂ ਸਾਹਿਬਾਨ ਦੇ ਚਰਨ ਛੋਹ ਦੀ ਪ੍ਰਾਪਤ ਹੋਏ ਹਨ। ਇਹ ਜਗ੍ਹਾ ਬਹੁਤ ਪੂਜਨਯੋਗ ਹੈ ਜੀ। ਇੱਥੇ ਮਤਲਬ ਗੁਰੂ ਅੰਗਦ ਸਾਹਿਬ ਜੀ ਨੇ ਬਹੁਤ ਸਾਰੇ ਕਾਰਜ ਕੀਤੇ ਹੋਏ, ਜਿਵੇਂ ਗੁਰਮੁਖੀ ਲਿਪੀ ਦਾ ਵਿਕਾਸ ਵੀ ਇਸੇ ਜਗ੍ਹਾ ਤੋਂ ਹੋਇਆ ਜੀ। तो गुरु नानक साहब के हुक्म मुताबिक गुरु अंगद देव जी खडूर साहब विखे गुरता गद्दी तो बाद इत्थे आके लगभग 13 साल उन्होंने गुरियाई का समा बतीत किया। ਇੱਥੇ ਮਾਤਾ ਖੀਵੀ ਜੀ ਜੋ ਕਿ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਹੋਏ ਸਨ, ਉਹਨਾਂ ਦੇ ਨਾਂ ਤੇ ਲੰਗਰ ਮਾਤਾ ਖੀਵੀ ਜੀ ਹਾਲ ਸਥਾਪਿਤ ਕੀਤਾ ਗਿਆ ਹੈ। ਉਸ ਸਮੇਂ ਮਾਤਾ ਜੀ ਮਤਲਬ ਘਿਓ ਵਾਲੀ ਖੀਰ ਰੋਜ਼ਾਨਾ ਲੰਗਰ 'ਚ ਵਰਤਾਉਂਦੇ ਸਨ। ਉਸੇ ਪ੍ਰਥਾ ਨੂੰ ਬਾਬਾ ਜੀ ਨੇ ਮਤਲਬ ਅੱਜ ਵੀ ਚਾਲੂ ਕੀਤਾ ਹੋਇਆ। ਅੱਜ ਵੀ ਨਗਰਾਂ 'ਚੋਂ ਸੰਗਤ ਦੁੱਧ ਇਕੱਠਾ ਕਰਕੇ ਲੈ ਕੇ ਆਉਂਦੀ ਆ ਤੇ ਸਾਰੀ ਦਿਹਾੜੀ ਸਵੇਰ ਤੋਂ ਸ਼ਾਮ ਤੱਕ ਲੰਗਰ 'ਚ ਘਿਓ ਵਾਲੀ ਖੀਰ ਚੱਲਦੀ ਹੈ। ਇਸ ਲੰਗਰ ਦੀ ਇੱਕ ਹੋਰ ਅਹਿਮੀਅਤ ਹੈ ਕਿ ਲਾਗੇ ਜੋ ਵੀ ਇਲਾਕੇ ਦੇ 70-72 ਪਿੰਡ ਹਨ, ਉਹ ਉਹਨਾਂ ਮਤਲਬ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਆਪਣੀ ਸੇਵਾ ਲਈ ਹੋਈ ਆ। ਸਵੇਰ ਤੋਂ ਉਹਨਾਂ ਮਤਲਬ ਆਉਣਾ ਆਪਣੇ ਸਾਧਨ 'ਤੇ, ਸ਼ਾਮ ਤੱਕ ਉਹਨਾਂ ਲੰਗਰ ਦੀ ਸਾਰੀ ਸੇਵਾ ਕਰਨੀ।
ਚੱਲੇ ਗੁਰ ਸਬਦ ਲੰਗਰ ਚੱਲੇ ਗੁਰ ਸਬਦ ਹਰ ਟੋਟ ਨਾ ਆਵੀ ਖਟਿਐ ਹਰ ਫਿਰੋਜ਼ਪੁਰ ਜਲੰਧਰ ਫਗਵਾੜਾ ਇੱਧਰ ਨਵਾਂ ਸ਼ਹਿਰ ਫਿਰ ਕਪੂਰਥਲਾ ਇੱਧਰ ਮਹਿਤਾ ਰਈਆ ਡੇਰਾ ਬਾਬਾ ਨਾਨਕ ਇਹਨਾਂ ਪਿੰਡਾਂ ਵਿੱਚੋਂ ਅਸੀਂ ਗਏ ਲਿਆਉਂਦੇ ਆ ਇੱਦਾਂ ਗਏ ਸੇਵਾ ਰੋਜ਼ ਜਾਂਦੇ ਆ ਰੋਜ਼ ਆ ਜਾਂਦੇ ਆ ਰਾਤ ਨੂੰ ਬਾਹਰ ਹੁੰਦੇ ਸੀ ਲੰਗਰ ਚੱਲੇ ਗੁਰ ਸਬਦ ਲੰਗਰ ਚੱਲੇ ਕੱਲ 3:30 ਵਜੇ ਇੱਥੋਂ ਨਿਕਲੇ ਆ ਰਾਤ ਬਾਹਰ ਰਹੇ ਆ ਗੁਰਦੁਆਰਿਆਂ 'ਚ ਇੱਕ ਜਾਣਾ ਤੇ ਸਵੇਰੇ ਲੌਸਮੈਂਟ ਕਰਾਈ 7 ਵਜੇ ਤੇ 7 ਵਜੇ ਤੋਂ ਬਾਅਦਾਂ ਗਜਾ ਆਉਣ ਡਿਆ ਗੁਰਦੁਆਰੇ ਤੇ ਉੱਥੋਂ ਫਿਰ ਅਸੀਂ 10 ਵਜੇ ਉੱਥੋਂ ਚੱਲੇ ਆ ਚੌਲ ਗੁੜ ਖੰਡ ਦੁੱਧ ਘਿਓ ਜੋ ਮਿਲੇ ਗੁੜ ਵੀ ਮਿਲ ਜਾਂਦਾ ਸਾਨੂੰ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਆ ਅਸੀਂ ਲੈ ਕੇ 9 ਵਜੇ ਤੋਂ 8 ਵਜੇ ਤੇ 9 ਵਜੇ ਤੱਕ ਗੱਡੀ ਦੇ ਵਿੱਚ ਗਜ ਆ ਜਾਂਦਾ ਸਾਨੂੰ ਅਸੀਂ ਫਿਰ ਆਪਣਾ ਪ੍ਰੋਗਰਾਮ ਗੱਡੀ ਦੇ ਵਿੱਚ ਆਣ ਕੇ ਜਿੱਥੇ ਟਾਈਮ ਦਿੱਤਾ ਹੁੰਦਾ ਉੱਥੇ ਭੈਣ ਜੀ ਅਸੀਂ ਉੱਪਰ ਜਾਂਦੇ ਹਾਂ ਸੋ ਮਾਤਾ ਖੀਵੀ ਜੀ ਨੇ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਪਰੰਪਰਾ ਨੂੰ ਲੰਗਰ ਨੂੰ ਇੱਥੇ ਪ੍ਰਪੱਕ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਇਆ ਇਸ ਚੀਜ਼ ਦਾ ਸੋ ਇਸ ਤਰੀਕੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੇਵਾ ਦੇ ਨਾਲ ਤੇ ਇਸ ਤਰੀਕੇ ਨਾਲ ਲੋਕਾਂ ਨੇ ਆਪਣੇ ਆਪ ਹੀ ਉਹ ਵਾਰੀ ਸਿਰ ਆਪਣੇ ਦੁੱਧ ਦੀ ਸੇਵਾ ਵਾਰੀ ਸਿਰ ਲੰਗਰ ਦੀ ਸੇਵਾ ਵਾਰੀ ਸਿਰ ਕਾਰ ਸੇਵਾ ਦੀ ਸੇਵਾ ਵਾਰੀ ਸਿਰ ਮਿਸਤਰੀਆਂ ਦੀ ਸੇਵਾ ਇਹ ਸਾਰੀਆਂ ਸੰਗਤਾਂ ਨੇ ਅਪਣਾਈਆਂ ਹੋਇਆ ਸੇਵਾ ਨੂੰ ਪਰਨਾਏ ਹੋਏ ਨੇ ਸੇਵਾ ਨੂੰ ਸਾਰੀ ਸਿੱਖ ਸੰਗਤਾਂ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕਾਰਜ ਚੱਲਦਾ ਹੈ ਲੰਗਰ ਚੱਲੇ ਗੁਰ ਸਬਦ ਹਰ ਟੋਟ ਨਾ ਆਵੇ ਖਟਿਐ ਖਰਚੇ ਤਿਤ ਖਸਮ ਦੇ ਆਪ ਖੈਂਤੀ ਖੈਦ ਭਟਿਐ ਖੈਂਤੀ ਖੈਦ ਭਟਿਐ ਲੰਗਰ ਚੱਲੇ ਗੁਰ ਸਬਦ ਲੰਗਰ ਚੱਲੇ ਗੁਰ ਸਬਦ ਹਰ ਟੋਟ ਨਾਵੀ ਖਟਿਐ ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਦ ਭਟਿਐ ਖੈਂਦੀ ਖੈਦ ਭਟਿਐ ਤਕਰੀਬਨ 36 ਪ੍ਰਕਾਰ ਦੇ ਜਿਹੜੇ ਬੂਟੇ ਲਾਏ ਨੇ ਫਲਾਂ ਵਾਲੇ ਇਹਦਾ ਸੇਵਨ ਗੁਰੂ ਕੇ ਸੰਗਤਾਂ ਤੇ ਜਾਂ ਗੁਰੂ ਕੇ ਲੰਗਰ ਵਿੱਚ ਮਾਤਾ ਖੀਵੀ ਦੀ ਲੰਗਰ ਹਾਲ ਵਿੱਚ ਇਹਦਾ ਵਰਤਾਇਆ ਜਾਂਦਾ ਜਦੋਂ ਵੀ ਕੋਈ ਫਲ ਦਾ ਤਿਆਰ ਹੁੰਦਾ ਹੈ ਉਹਦੇ ਨਾਲ ਹੀ ਪਰਲੀ ਸਾਈਡ ਤੇ ਸਬਜ਼ੀ ਜੈਵਿਕ ਖਾਦ ਆਰਗੈਨਿਕ ਦੇ ਤਰੀਕੇ ਦੇ ਨਾਲ ਉਗਾਈ ਜਾਂਦੀ ਆ ਬਾਗ ਦੇ ਵਿੱਚ ਵੀ ਕੋਈ ਕੀਟਨਾਸ਼ਕ ਦਵਾਈ ਜਾਂ ਕਿਸੇ ਕਿਸਮ ਸਪਰੇਅ ਜਾਂ ਕੋਈ ਖਾਦ ਵਗੈਰਾ ਨਹੀਂ ਪਾਈ ਜਾਂਦੀ ਇਹ ਸਾਰੀਆਂ ਸਬਜ਼ੀਆਂ ਨੂੰ ਤਿਆਰ ਕਰਕੇ ਤੇ ਇਹ ਸਾਰੀਆਂ ਉਹਦੇ 'ਚ ਮਾਤਾ ਖੀਵੀ ਲੰਗਰ ਹਾਲ 'ਚ ਭੇਜੀ ਦੀਆਂ ਉੱਥੇ ਵੀ ਸਿੱਖ ਸੰਗਤਾਂ ਵਾਸਤੇ ਇਹ ਵਰਤਾ ਕੇ ਸੰਗਤਾਂ ਨੂੰ ਵਰਤਾਈਆਂ ਜਾਂਦੀਆਂ ਇਹਦੀ ਕੋਈ ਸੇਲ ਨਹੀਂ ਹੁੰਦੀ ਇਹ ਕੋਈ ਕਿਸਮ ਦਾ ਸਾਰਾ ਇਹ ਗੁਰੂ ਕੇ ਸੰਗਤਾਂ ਵਾਸਤੇ ਤਿਆਰ ਹੁੰਦਾ ਬਲਵੰਤ ਖੀਵੀ ਨੇਕ ਜਨ ਬਲਵੰਤ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕੀ ਆਲੀ ਅੰਮ੍ਰਿਤ ਖੀਰ ਕੀ ਆਲੀ ਲੰਗਰ ਚੱਲੇ ਗੁਰ ਸਬਦ ਹਰ ਟੋਟ ਨਾ ਆਵੇ ਖਟਿਐ ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਤਕਰੀਬਨ 3-3.5 ਸਾਲ ਦਾ ਇਹ ਜਦੋਂ ਦਾ ਮੈਂ ਇੱਥੇ ਸੇਵਾ 'ਚ ਆਇਆ ਜੀ ਉਸ ਸਮੇਂ ਮਾਹੌਲ ਕੁਝ ਇਹੋ ਜਿਹਾ ਸੀ ਕਿ ਮਤਲਬ ਮਾਂ ਪਿਓ ਤੇ ਨਹੀਂ ਸਾਡੇ ਹੈ ਜੀ ਤੇ ਮਾਂ ਪਿਓ ਨਾ ਹੋਣ ਕਰਕੇ ਮਤਲਬ ਜੋ ਸਾਡੇ ਨਾਨਕੇ ਸੀ ਉਹਨਾਂ ਸੋਚਿਆ ਕਿ ਮਤਲਬ ਇਹਨਾਂ ਨੂੰ ਮਤਲਬ ਗੁਰਦੁਆਰਾ ਸਾਹਿਬਾਨ ਛੱਡ ਦਿੱਤਾ ਜਾਵੇ ਤਾਂ ਕਿ ਆਪਣਾ ਮਤਲਬ ਪਲ ਕੇ ਵੱਡੇ ਹੋ ਕੇ ਮਤਲਬ ਆਪਣਾ ਕੰਮ ਕਰ ਸਕਣ ਜੀ
ਪਹਿਲਾਂ ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾਲ ਸਕੂਲੇ ਜਾਈਦਾ ਸੀ, ਨਾਲ ਸਾਨੂੰ ਇੱਥੇ ਰਾਤ ਨੂੰ ਗਜੇ ਦੀ ਸੇਵਾ ਹੁੰਦੀ ਸੀ ਕਿ ਮਤਲਬ ਹਰੇਕ ਘਰ 'ਚ ਜਾ ਕੇ ਸਤਨਾਮ ਵਾਹਿਗੁਰੂ ਦੀ ਆਵਾਜ਼ ਦੇਣੀ ਤੇ ਮਤਲਬ ਬੀਬੀਆਂ ਕੋਲ ਰਾਤ ਨੂੰ ਜਿਵੇਂ ਸਬਜ਼ੀ ਤੇ ਪ੍ਰਸਾਦਿਆਂ ਦੀ ਸੇਵਾ ਲੈ ਕੇ ਆਈਦੀ ਸੀ ਤੇ ਉਹ ਗਜੇ ਦੀ ਸੇਵਾ ਕਰਦੇ ਰਹੇ ਜੀ। ਸਤਨਾਮ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਬਜ਼ੀ ਤਿਆਰ ਹੋ ਗਈ ਤੇ ਆਪਣੇ ਗੱਫੇ ਤਿਆਰ ਹੋ ਗਏ ਗੈਸ ਚੁੱਲ੍ਹੇ ਤੇ। ਇਹ ਸਬਜ਼ੀ ਹਾਂਜੀ ਇਹ ਸਬਜ਼ੀ ਦੇ ਦੀਦੀ ਤੁਸੀਂ ਰੋਜ਼ ਦਿੰਦੇ ਹੋ? ਹਾਂਜੀ ਬਾਬਾ ਜੀ ਲੰਗਰ ਦੇ ਹਾਂਜੀ ਗੁਰੂ ਘਰ ਨੂੰ ਜੋ ਸਰਦਾ ਬਣਦਾ ਪ੍ਰਸ਼ਾਦਾ ਸਬਜ਼ੀ ਬਣ ਜੇ ਟਾਈਮ ਨਾਲ ਉਹ ਵੀ ਦੇ ਦਈਦੀ ਆ ਤੇ ਆਪਾਂ ਪਤਾ ਹੁੰਦਾ ਗਾਜੀ ਨੇ ਇੰਨੇ ਵਜੇ ਆ ਜਾਣਾ ਆਪਣਾ ਪ੍ਰਸ਼ਾਦਾ ਟਾਈਮ ਨਾਲ ਤਿਆਰ ਕਰ ਦਈਦਾ ਤੇ ਫਿਰ ਗੱਫੇ ਦੇ ਦਈਦੇ ਸਰਦੇ ਬਣਦੇ। ਹਾਂਜੀ ਅੱਜ ਕੀ ਦਿੱਤਾ? ਅੱਜ ਭਰਵੇਂ ਬਤਾਊ ਬਣਾਏ ਤੇ ਪ੍ਰਸ਼ਾਦੇ ਬਣਾਏ ਹਾਂਜੀ ਤੇ ਚੋਪੜ ਕੇ ਵਧੀਆ ਕਰਕੇ ਗੁਰੂ ਘਰ ਨੂੰ ਜੋ ਮਹਾਰਾਜ ਦਿੰਦਾ ਉਹ ਸਰਦਾ ਬੰਦਾ ਦੇਈਦਾ। ਸਤਨਾਮ ਵਾਹਿਗੁਰੂ ਜੀ। ਅੰਗੂਰ ਚੱਲੇ ਕੋਰ ਸਬਦ ਹਰ ਟੋਟ ਨਾ ਆਵੇ ਖਟਿਐ ਖਰਚੇ ਤਿਤ ਖਸਮ ਦੀ ਆਪ ਖੈਂਤੀ ਖੈਰ ਤ ਪਟੀਐ ਖੈਂਤੀ ਖੈਰ ਤ ਪਟੀਐ ਖੈਂਤੀ ਖੈਰ ਤ ਪਟੀਐ ਲੰਗੂਰ ਚੱਲੇ ਗੁਰ ਸਬਦ ਲੰਗੂਰ ਚੱਲੇ ਗੁਰ ਸਬਦ ਲੰਗੂਰ ਚੱਲੇ